श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। श्री गुरु शब्द कमाए जन जीते जीते पंच विकार। तिन संतन को वंदना सिर चरणन पर तार। एक ओंकार सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा सुन सतगुर को बचन के धीर धरी महपाल। हाथ जोर मन दीन हवै कीरत करत बिसर साल। सुन सतगुर के बचन को वाहिगुरु जी का खालसा वाहिगुरु जी की फतेह। परम सन्मान जोग चबर छत्र तखत दे मालक धन धन आद श्री गुरु ग्रंथ साहिब महाराज जी दी परम पवित्र सत संगत हजूरी दे अंदर श्री गुरु तेग बहादुर साहिब महाराज दे पवित्र तप अस्थान गुरुद्वारा श्री भोरा साहिब जी विखे पिछले पैर दे समय दे सजे हुए दीवाना दे अंदर हाजरियां भर के आनंद मान रहे बख्शिशां प्राप्त कर रहे गुरु प्यारी खालसा साध संगत जी। धन गुरु तेग बहादुर साहिब महाराज दे पावन लड़ीवार इतिहास कथा दे प्रसंग आपां सरवण कर करा रहे हाँ। इथों तक साखी सुनी है। नौवें पातशाह सतगुरु तेग बहादुर साहिब जी महाराज आसाम दे इलाके दे विच गरीब नवाज सतगुरु पहुँचे हैं। जयपुर के राजे की बेनती करन ते ब्रह्मपुत्र नदी के किनारे ते उच्चे थां ते दमदमा बना के सोहना बंगला बना के उहदे विच गुरु तेग बहादुर साहिब महाराज विराजमान ने। गरीब नवाज सतगुरां दे हुक्म दे नाल राम सिंह दीयां फौजां ब्रह्मपुत्र नदी के किनारे ते हेठां नीवें थां ते कतारां बन के खड़ गईयां। इन्हां ने तोपां चलाईयां। उधर आसाम के राजे ने भी अपनी फौज खड़ी करके उधरों तोपां चलाईयां। आपो अपने जौहर विखाने शुरू किए हैं। सलाह की है आसाम के राजे ने भी फौज दरिया के किनारे ते है। आप मंत्रा का उच्चारण करके रात के समय किसी ढंग के नाल जड़ियाँ जयपुर के राजे दियाँ फौजां ने उन्होंने पानी च रोड़ दईए। उत्थे मर मुर जाणगे सारे हार के भज जाणगे जे कोई बचेगा तो। ये सलाह जो उन्होंने की भी मांदरी बुलाए भी मंत्र पढ़े जान। रात गुरु तेग बहादुर साहब अंतरजामी सतगुरु सारी गल महाराज साहब जी जान गए।
ਗਰੀਬ ਨਿਵਾਸ ਸਤਿਗੁਰਾਂ ਨੇ ਆਪਣਾ ਇੱਕ ਸੇਵਕ ਰਾਜੇ ਰਾਮ ਸਿੰਘ ਦੇ ਵੱਲ ਭੇਜਿਆ ਉਸੇ ਵੇਲੇ ਵੀ ਆਪਣੀ ਸਾਰੀ ਫੌਜ ਜਿਹੜੀ ਹੈ ਉਹਨੂੰ ਲੈ ਕਰਕੇ ਪਿਛਾਂ ਉੱਚੇ ਥਾਂ ਤੇ ਆ ਜਾਓ, ਰਾਤ ਹੋ ਸਕਦਾ ਵੀ ਪਾਣੀ ਚੜ੍ਹ ਆਵੇ, ਤੁਹਾਨੂੰ ਰੋੜ ਕੇ ਲੈ ਜਾਏ। ਰਾਮ ਸਿੰਘ ਨੇ ਆਪਣੀਆਂ ਫੌਜਾਂ ਨੂੰ ਸੁਨੇਹਾ ਭੇਜ ਕੇ ਉੱਪਰ ਪਿਛਾਂ ਬੁਲਾ ਲਿਆ, ਆਪ ਵੀ ਡੇਰਾ ਉੱਚੇ ਥਾਂ ਕੀਤਾ। ਹੈਰਾਨੀ ਮੰਨ ਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਭਲੇ ਲਈ ਕੋਈ ਭਵਿੱਖ ਦਾ ਵਚਨ ਕਰ ਰਹੇ ਨੇ। ਜਿਹੜੇ ਤੁਰਕ ਸਨ, ਕੁਝ ਔਰੰਗਜ਼ੇਬ ਵੱਲੋਂ ਭੇਜੇ ਹੋਏ, ਉਹਨਾਂ ਸਗੋਂ ਮਖੌਲ ਕੀਤਾ ਅੱਗੋਂ, ਕਹਿਣ ਲੱਗੇ ਲੈ 2 ਦਿਨ ਹੋ ਗਏ ਸਾਨੂੰ ਪਹਿਲਾਂ ਆਇਆ ਨੂੰ, ਕਿਹੜਾ ਡੁੱਬ ਕੇ ਮਰ ਗਏ ਆ ਜਿਹੜਾ ਅੱਜ ਮਰ ਚੱਲੇ ਆ। ਇਹ ਕੱਚੇ ਹਨ, ਕਹਿੰਦੇ ਹਿੰਦੂ ਸਾਰੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਪਿੱਛੇ ਲੱਗੇ, ਉਹਦੀਆਂ ਗੱਲਾਂ ਮੰਨਦੇ ਹਨ। ਇਸ ਤਰ੍ਹਾਂ ਉਹ ਨਾ ਆਏ ਵਾਪਸ। ਰਾਤ ਨੂੰ ਅਸਾਮ ਦੇ ਫਿਰ ਬੰਦੇ ਰਾਜੇ ਦੇ ਆਏ ਭੇਜੇ, ਜਿਹੜੇ ਮੰਤਰਾਂ ਦੇ ਚੰਗੇ ਜਾਣੂ ਸਨ। ਉਹਨਾਂ ਨੇ ਬ੍ਰਹਮਪੁੱਤਰ ਨਦੀ ਦਾ ਪਾਣੀ ਅਟਕਾ ਦਿੱਤਾ। ਉਹ ਉਛਲ ਕੇ ਉਰਲੇ ਪਾਸੇ ਆ ਪਿਆ। ਜਿਹੜੇ ਤੁਰਕ ਸਨ, ਨਹੀਂ ਸੀ ਮੂਰਖਾਂ ਨੇ ਵਚਨ ਮੰਨਿਆ ਮਹਾਰਾਜ ਦਾ, ਉਹ ਰੁੜ ਗਏ ਹਨ। ਜਿਹੜੇ ਕੁਝ ਤਰਨਾ ਜਾਣਦੇ ਸਨ ਉਹ ਤੈਰ ਕੇ ਬਚੇ ਨੇ। ਗਰੀਬ ਨਿਵਾਸ ਸਤਿਗੁਰਾਂ ਦੀ ਹਾਹਾਕਾਰ ਜਦੋਂ ਸੁਣੀ, ਰਾਮ ਸਿੰਘ ਭੱਜਿਆ, ਮਹਾਰਾਜ ਬਚਾਓ, ਫੌਜ ਰੁੜ ਚੱਲੀ ਹੈ। ਸਤਿਗੁਰੂ ਕਹਿਣ ਲੱਗੇ ਜਦੋਂ ਰਾਤ ਪੈਣ ਤੋਂ ਪਹਿਲਾਂ ਹੀ ਤੁਹਾਨੂੰ ਖਬਰ ਦੇ ਦਿੱਤੀ ਸੀ ਵੀ ਪਿਛਾਂ ਹਟ ਜਾਓ, ਤਾਂ ਫੇਰ ਹੁਕਮ ਕਿਉਂ ਨਹੀਂ ਮੰਨਿਆ? ਫੇਰ ਵੀ ਸਾਹਿਬ ਕਹਿੰਦੇ ਕੋਈ ਨਹੀਂ, ਹੁਣ ਦਰਿਆ ਜਿਹੜਾ ਹੈ ਆਪਣੇ ਜਿਹੜਾ ਉਛਲ ਕੇ ਆਇਆ ਹੈ ਪਿਛਾਂ ਹਟ ਕੇ ਸਹਿਜ ਸੁਭਾਅ ਜਿਵੇਂ ਵਗਦਾ ਵਗਣ ਲੱਗ ਪਵੇਗਾ, ਤੇ ਤੁਸੀਂ ਸਾਰੇ ਪਿਛਾਂ ਹਟ ਕੇ ਆਪਣਾ ਡੇਰਾ ਕਰੋ। ਗੁਰੂ ਸਾਹਿਬ ਦੇ ਵਚਨ ਕਹਿਣ ਦੀ ਦੇਰ ਸੀ। ਜਿਵੇਂ ਪਹਿਲਾਂ ਬ੍ਰਹਮਪੁੱਤਰ ਨਦੀ ਵਗ ਰਹੀ ਸੀ, ਉੱਦਾਂ ਸਿੱਧਾ ਪ੍ਰਵਾਹ ਚੱਲ ਪਿਆ। ਸਾਰੇ ਹੈਰਾਨ ਹੋਏ। ਬਹੁਤ ਤੁਰਕ ਜਿਹੜੇ ਸਨ ਰੁੜ ਗਏ, ਸਾਜੋ ਸਮਾਨ ਸ਼ਸਤਰ ਬਸਤਰ ਰੋੜ ਲਿਆ ਉਹਨਾਂ ਨੇ ਆਪਣਾ। ਪਛਤਾਉਂਦੇ ਨੇ ਵੀ ਅਸੀਂ ਮਹਾਰਾਜ ਦਾ ਵਚਨ ਕਿਉਂ ਨਹੀਂ ਮੰਨਿਆ। ਇਸ ਪ੍ਰਕਾਰ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਆਉਂਦਿਆਂ ਹੀ ਇਹਨਾਂ ਦਾ ਦਲ ਰੁੜਨ ਤੋਂ ਬਚਾਇਆ ਹੈ। ਸਾਹਿਬ ਗਰੀਬ ਨਿਵਾਸ ਸਤਿਗੁਰਾਂ ਨੇ ਮਦਦ ਕੀਤੀ ਹੈ ਰਾਜੇ ਰਾਮ ਸਿੰਘ ਤੇ ਉਹਦੀਆਂ ਫੌਜਾਂ ਦੀ। ਇਹ ਸਾਖੀ ਆਪਾਂ ਸਾਧ ਸੰਗਤ ਕੱਲ੍ਹ ਸਰਵਣ ਕੀਤੀ ਹੈ। ਜਿਵੇਂ ਇਸ ਤੋਂ ਅੱਗੇ ਹੋਰ ਪ੍ਰਸੰਗ ਆ ਰਹੇ ਹਨ, ਉਹ ਆਪਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਜਿਵੇਂ ਰੱਖਿਆ ਕਰ ਰਹੇ ਨੇ। ਅਸਾਮ ਦਾ ਰਾਜਾ ਜਿਵੇਂ ਇਹਨਾਂ ਦੇ ਉੱਪਰ ਜੰਤਰ ਮੰਤਰ ਕਰਕੇ ਭੇਜ ਰਿਹਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਸਦਕਾ ਇਹਨਾਂ ਦੇ ਉੱਤੇ ਜਿਵੇਂ ਕੋਈ ਵਾਰ ਨਹੀਂ ਚੱਲਿਆ। ਇਹ ਕਥਾ ਸਰਵਣ ਕਰਨ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਦਾ ਧਰੀਏ ਧਿਆਨ, ਰਸਨਾ ਕਰੋ, ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਸਤਿਗੁਰ ਕੋ ਬਚਨ ਕੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਚੇ ਜਿੱਥੇ ਅਸਥਾਨ ਤੇ ਬਿਰਾਜਮਾਨ ਨੇ। ਰਾਜਾ ਰਾਮ ਸਿੰਘ ਤੇ ਜਿਹੜੇ ਦੀ ਫੌਜ ਦੇ ਮੁਖੀ ਸਨ, ਇਹ ਸਾਰੇ ਗੁਰੂ ਸਾਹਿਬ ਦੇ ਕੋਲ ਆਏ ਚਿੰਤਾ ਦੇ ਵਿੱਚ। ਕਹਿੰਦੇ ਮਹਾਰਾਜ ਜੇ ਇਹਨਾਂ ਦੇ ਕੋਲ ਇੰਨੀ ਸ਼ਕਤੀ ਹੈ, ਫਿਰ ਇੱਥੇ ਲੜਾਈ ਤਾਂ ਸ਼ਸਤਰਾਂ ਦੀ ਹੈ ਹੀ ਨਹੀਂ, ਲੜਾਈ ਤਾਂ ਮੰਤਰਾਂ ਦੀ ਹੈ। ਕਿਵੇਂ ਇਹਨਾਂ ਕੋ ਅਸੀਂ ਜਿੱਤਾਂਗੇ, ਕਿਵੇਂ ਮਹਾਰਾਜ ਇਹਨਾਂ ਨਾਲ ਲੜ ਸਕਦੇ ਆ। ਤੇ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਬੇਨਤੀ ਕੀਤੀ ਆ ਕੇ, ਤਾਂ ਸਤਿਗੁਰੂ ਸਾਹਿਬ ਕਹਿੰਦੇ ਵੀ ਅਸੀਂ ਜੇ ਤੁਹਾਡੇ ਜਿੱਤ ਕਰਾਉਣ ਵਾਸਤੇ ਆਏ, ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੀ ਸ਼ਰਨ ਲਈ ਹੈ, ਤਾਂ ਫਿਰ ਭਰੋਸਾ ਵੀ ਰੱਖੋ। ਭਰੋਸਾ ਰੱਖੋਗੇ ਜਿੱਤ ਤੁਹਾਡੀ ਹੋਵੇਗੀ। ਜਿਹੜਾ ਕਾਰਜ ਪਹਿਲਾਂ ਕੋਈ ਨਹੀਂ ਕਰ ਸਕਿਆ ਰਾਮ ਸਿੰਘ, ਉਹ ਤੇਰੇ ਕੋ ਕਰਾਵਾਂਗੇ। ਇਸ ਤਰ੍ਹਾਂ ਗਰੀਬ ਨਿਵਾਸ ਸਤਿਗੁਰਾਂ ਨੇ ਜਦੋਂ ਰਾਮ ਸਿੰਘ ਨੂੰ ਹੌਸਲਾ ਦਿੱਤਾ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤੇਰੀ ਜਿੱਤ ਕਰਾਉਣਗੇ, ਇਹ ਖੁਸ਼ ਹੋਇਆ, ਪ੍ਰਸੰਨ ਹੋਇਆ, ਮਨ ਨੂੰ ਧੀਰਜ ਆਈ।
ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਸੁਣ ਕੇ ਧਰੇ ਧੀਰ ਮਹਿਪਾਲ। ਜੈਪੁਰ ਦੇ ਰਾਜੇ ਨੇ ਧੀਰਜ ਧਾਰਨ ਕੀਤੀ, ਹੌਸਲਾ ਆਇਆ ਵੀ ਸਤਿਗੁਰੂ ਸਹਾਈ ਹਨ। ਹਾਥ ਜੋਰ ਮਨ ਦੀਨ ਹਵੇ। ਬਹੁਤ ਨਿਮਾਣਾ ਜਿਹਾ ਹੋ ਕੇ ਦੋਵੇਂ ਹੱਥ ਜੋੜੇ ਸਤਿਗੁਰਾਂ ਅੱਗੇ। ਕੀਰਤ ਕਰ ਤਰਸਾਲ। ਮਹਾਰਾਜ ਸਾਹਿਬ ਜੀ ਦੀ ਰਸ ਵਾਲੀ ਕੀਰਤੀ ਕਰਦਾ ਵੀ ਹੇ ਸਤਿਗੁਰੂ ਧੰਨ ਹੋ ਜਿਨ੍ਹਾਂ ਦਾ ਆਸਰਾ ਬਣਦੇ, ਜਿਨ੍ਹਾਂ ਦੀ ਬਾਹ ਫੜਦੇ ਹੋ ਪਾਤਸ਼ਾਹ ਜੀ, ਉਹਨਾਂ ਦੇ ਆਪ ਮਦਦਗਾਰ ਬਣਦੇ ਹੋ, ਮੈਨੂੰ ਤੁਹਾਡਾ ਹੀ ਭਰੋਸਾ ਹੈ। ਚਉਪਾਈ ਹੇ ਪ੍ਰਭ ਅਸਕਾਰ ਜਿਨਹਿ ਕੋਈ। ਰਾਜਾ ਕਹਿੰਦਾ ਮਹਾਰਾਜ ਇਹੋ ਜਿਹਾ ਕੋਈ ਸੰਸਾਰ ਦਾ ਕੰਮ ਨਹੀਂ ਹੈ। ਰਾਵਰ ਸ਼ਰਨ ਪਰੇ ਨਹਿ ਹੋਈ। ਵੀ ਤੁਹਾਡੀ ਸ਼ਰਨ ਵਿੱਚ ਪੈਣ ਕਰਕੇ ਜਿਹੜਾ ਕੋਈ ਕਾਰਜ ਨਾ ਹੋ ਸਕੇ, ਜਿਹੜਾ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੇ ਵਿੱਚ ਆ ਗਿਆ, ਉਹਦਾ ਕੋਈ ਕਾਰਜ ਨਹੀਂ ਜਿਹੜਾ ਅਟਕ ਜਾਵੇ। ਮੋਕੋ ਪ੍ਰਾਨ ਦਾਨ ਤੁਮ ਦੇਹੋ। ਤੇ ਪਾਤਸ਼ਾਹ ਦਾ ਤੁਸੀਂ ਮੈਨੂੰ ਪ੍ਰਾਣਾ ਦਾ ਹੀ ਦਾਨ ਦਿੱਤਾ ਹੈ, ਜਿਹੜੇ ਤੂੰ ਮੇਰੇ ਸਹਾਈ ਹੋਏ ਹੋ। ਦੇਸ਼ ਕਾਮਰੂ ਸਰ ਕਰ ਲੈਹੋ। ਮੈਨੂੰ ਭਰੋਸਾ ਵੱਜਾ ਹੈ ਤੁਹਾਡੇ ਚਰਨਾਂ ਦਾ ਵੀ ਤੁਹਾਡੀ ਕਿਰਪਾ ਨਾਲ ਮੈਂ ਕਾਮ ਰੂਪ ਦੇਸ਼ ਨੂੰ ਜਿੱਤ ਲਵਾਂਗਾ, ਫਤਿਹ ਕਰ ਲਵਾਂਗਾ। ਨਾਹੇ ਤਾਂ ਮੇਰੋ ਹੋਤ ਵਿਨਾਸ਼ਾ। ਜੇ ਸਤਿਗੁਰੂ ਤੁਹਾਡੀ ਮਦਦ ਨਾ ਹੁੰਦੀ ਤਾਂ ਰਾਤ ਹੀ ਮੈਂ ਰੁੜ ਜਾਣਾ ਸੀ, ਪਾਣੀ 'ਚ ਲੱਭਣਾ ਨਹੀਂ ਸੀ ਕਿਤੇ, ਮੇਰਾ ਨਾਸ ਹੋ ਜਾਂਦਾ। ਤੁਹਾਡੇ ਚਰਨਾਂ ਦਾ ਮੈਨੂੰ ਹੁਣ ਆਸਰਾ ਭਰੋਸਾ ਏ। ਮੈਂ ਜੀਵਨ ਕੀ ਕਰ ਆਸਾ। ਤੇ ਨਾ ਹੀ ਮੈਂ ਜੀਵਨ ਦੀ ਮਹਾਰਾਜ ਆਸਾ ਰੱਖੀ ਸੀ ਕੋਈ। ਜਦੋਂ ਤੁਰਿਆ ਸੀ ਨਾ ਦਿੱਲੀ ਤੋਂ, ਤਾਂ ਕਿਰਪਾਨ ਨੂੰ ਹੱਥ ਮੁੱਠੇ ਨੂੰ ਪਾ ਕੇ ਮੈਨੂੰ ਪ੍ਰਤੀਤ ਹੋ ਗਿਆ ਵੀ ਹੁਣ ਤਾਂ ਮੇਰਾ ਮਰਨਾ ਹੀ ਹੋਵੇਗਾ, ਵੀ ਮੁੜਿਆ ਤਾਂ ਹੈ ਨਹੀਂ ਕੋਈ, ਅਸਾਮ ਦੀ ਮੁਹਿੰਮ ਤੇ ਗਿਆ ਵਾਪਸ। ਤੇ ਮੈਨੂੰ ਮਹਾਰਾਜ ਜੀਵਨ ਦੀ ਕੋਈ ਆਸ ਭਰੋਸਾ ਨਹੀਂ ਸੀ। ਤੁਹਾਡੇ ਹੁਣ ਆਸਰੇ ਕਰਕੇ ਮੈਨੂੰ ਮਹਾਰਾਜ ਜੀਵਨ ਦੀ ਆਸ ਬਚੀ ਆ ਵੀ ਮੈਂ ਜੰਗ ਜਿੱਤ ਕੇ ਜਿਉਂਦਾ ਵਾਪਸ ਜਾਵਾਂਗਾ। ਸੁਨ ਬਹੁਤਨ ਤੇ ਸੁਜਸ ਮਹਾਨਾ। ਇੱਕ ਤਾਂ ਤੁਹਾਡਾ ਮਹਾਰਾਜ ਮੈਨੂੰ ਘਰੋਂ ਸੁਜਸ ਪ੍ਰਾਪਤ ਹੋਇਆ, ਮੇਰੀ ਪਟਰਾਣੀ ਨੇ ਤੁਹਾਡੀ ਮਹਿਮਾ ਕਹੀ, ਮੇਰੀ ਮਾਤਾ ਨੇ ਜਸ ਕਿਹਾ, ਹੋਰ ਵੀ ਅਨੇਕਾਂ ਮੇਰੇ ਸੰਗੀ ਸਾਥੀਆਂ ਨੇ ਤੁਹਾਡੀ ਮਹਿਮਾ ਜਦੋਂ ਕਹੀ ਮੈਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਪੈ। ਗੁਰੂ ਨਾਨਕ ਦੇਵ ਸਾਹਿਬ ਦਾ ਘਰ ਐਸਾ ਏ ਵੀ ਜਿਹਦੀ ਬਾਹ ਫੜ ਲੈਣ ਫਿਰ ਉਹਨੂੰ ਡੋਲਣ ਡਿੱਗਣ ਨਹੀਂ ਦਿੰਦੇ। ਸ਼ਰਨ ਪਰਿਓ ਤਜ ਕਰ ਮਨ ਮਾਨਾ। ਤੇ ਇਸੇ ਕਰਕੇ ਰਾਮ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ ਮਹਾਰਾਜ ਮੈਂ ਤੁਹਾਡੀ ਸ਼ਰਨ ਪੈ ਗਿਆ, ਤੁਹਾਡੇ ਤੇ ਭਰੋਸਾ ਰੱਖ ਕੇ ਮਨ ਵਿੱਚ। ਤਿਸ ਦਿਨ ਤੇ ਪਾਸ਼ੇ ਬੜ ਛੋਟੇ। ਹਾਂ, ਉਸ ਦਿਨ ਤੋਂ ਤਿਸ ਦਿਨ ਤੇ ਜਿੱਦਣ ਇਹ ਸਾਧ ਸੰਗਤ ਗੱਲ ਹੋਈ ਨਾ, ਰਾਤ ਨੂੰ ਦਰਿਆ ਚੜ੍ਹ ਕੇ ਆ ਗਿਆ ਤੇ ਰੁੜ ਗਏ ਕਈ, ਜਿਨ੍ਹਾਂ ਬਚਨ ਨਹੀਂ ਸੀ ਮੰਨਿਆ ਗੁਰੂ ਤੇਗ ਬਹਾਦਰ ਸਾਹਿਬ ਦਾ। ਪਰ ਉਹ ਉਦਣ ਉਹਨਾਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਸਾਹਿਬ ਜੋ ਕਹਿੰਦੇ ਨੇ ਮੰਨਣਾ ਹੀ ਪਊਗਾ। ਉਹ ਦਿਨ ਕਹਿੰਦੇ ਵੀ ਬਸ ਲੰਘ ਗਿਆ। ਫਿਰ ਉਸ ਦਿਨ ਤੋਂ ਬਾਅਦ ਕੋਈ ਵੱਡਾ ਮੁਖੀ ਆ ਫੌਜ ਦਾ, ਕੋਈ ਛੋਟਾ ਜਰਨੈਲ ਹੈ। ਮਾਨੇ ਗੁਰ ਬਾਚੇ ਕਬਹੂ ਨਾ ਹੋਟੇ। ਆ ਸਾਰੇ ਗੁਰੂ ਸਾਹਿਬ ਦਾ ਬਚਨ ਮੰਨਦੇ, ਕੋਈ ਵੀ ਬਚਨ ਨਹੀਂ ਮੋੜਦਾ। ਦੋਨੋਂ ਕੂਲਨ ਪਰਦ ਵਡੇਰੇ। ਆ ਦੋਵੇਂ ਕੰਢਿਆਂ ਤੇ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਤੇ ਰਾਮ ਸਿੰਘ ਇਹਨਾਂ ਦੇ ਡੇਰੇ ਲੱਗੇ ਨੇ, ਦੂਜੇ ਪਾਸੇ ਦਰਿਆ ਦੇ ਕੰਢੇ ਤੇ ਅਸਾਮ ਦੀ ਫੌਜ ਲੱਗੀ ਹੈ। ਭਰੇ ਰਹੇ ਪੁਨ ਕਾਲ ਵਡੇਰੇ। ਇਹ ਬੜਾ ਸਮਾਂ ਕਹਿੰਦੇ ਵੀ ਇਦਾਂ ਹੀ ਦੋਵੇਂ ਪਾਸੇ ਫੌਜਾਂ ਤਿਆਰ ਬੁਰ ਤਿਆਰ ਰਹੀਆਂ। ਨਾ ਉਹਨਾਂ ਨੇ ਵੱਧ ਕੇ ਕੋਈ ਹਮਲਾ ਕੀਤਾ, ਨਾ ਇਹਨਾਂ ਕੀਤਾ। ਉਦਾਂ ਉੱਥੇ ਮੋਰਚੇ ਲਾ ਕੇ ਗੱਡ ਕੇ ਬੈਠੇ ਹਨ। ਮੰਤਰ ਜੰਤਰ ਪ੍ਰੇਤਨ ਕੇ ਕਰਨ। ਉਧਰ ਅਸਾਮ ਦਾ ਜਿਹੜਾ ਰਾਜਾ ਹੈ ਉਹ ਕਈ ਮੰਤਰੀਆਂ ਨੂੰ ਸੱਦ ਕੇ ਮੰਤਰ ਜੰਤਰ ਕਰਦਾ, ਕੋਈ ਪ੍ਰੇਤ ਭੇਜਣ ਦੇ ਯਤਨ ਕਰਦਾ ਵੀ ਰਾਮ ਸਿੰਘ ਨੂੰ ਏਦਾਂ ਹੀ ਡਰਾ ਕੇ ਭਜਾ ਦਈਏ। ਅਪਰ ਅਨੇਕ ਭਾਂਤ ਕੇ ਰਰਨ। ਹੋਰ ਵੀ ਕਹਿੰਦੇ ਅਨੇਕਾਂ ਭਾਂਤਾਂ ਦੇ ਜੰਤਰ ਮੰਤਰ ਕਰਦੇ ਆ, ਕੋਈ ਭੈਰੋਂ ਨੂੰ, ਕੋਈ ਕਿਸੇ ਤਰ੍ਹਾਂ ਨੂੰ ਕਹਿੰਦੇ ਵੀ ਮਨਾ ਕਰਕੇ। ਤੇ ਇਸ ਤਰ੍ਹਾਂ ਕਹਿੰਦੇ ਆ ਵੀ ਇਹ ਜਿਹੜਾ ਆਇਆ ਹੈ ਜੈਪੁਰ ਦਾ ਰਾਜਾ, ਇਹਦੀ ਫੌਜ ਦੀ ਹਾਨੀ ਕਰਕੇ ਨਾਸ਼ ਕਰ ਦਿਓ। ਬਿਸ਼ਨ ਸਿੰਘ ਕੇ ਮਾਰਨ ਕਾਰਨ। ਰਾਜਾ ਰਾਮ ਸਿੰਘ ਜੈਪੁਰ ਨੂੰ ਮਾਰਨ ਦੇ ਵਾਸਤੇ ਕਰਦੇ ਨੇ ਸਾਰੇ ਜੰਤਰ ਮੰਤਰ। ਕਾਰਨ ਕੇ ਉਪਚਾਰਨ। ਅਨੇਕਾਂ ਤਰ੍ਹਾਂ ਦੇ ਸਾਧ ਸੰਗਤ ਯਤਨ ਜਿਹੜੇ ਨੇ ਅਸਾਮ ਦੇ ਰਾਜੇ ਨੇ ਕੀਤੇ,
ਜੰਤਰ ਮੰਤਰ ਚਲਾਏ, ਜੋ ਵੀ ਇਹ ਪਹਿਲਾਂ ਕਰਦੇ ਸਨ ਹਰ ਇੱਕ ਦੇ ਨਾਲ, ਉਹੀ ਰਾਮ ਸਿੰਘ ਦੇ ਉੱਤੇ ਮਾਰਨ ਵਾਸਤੇ ਇਹਨਾਂ ਨੇ ਹੀਲਾ ਵਸੀਲਾ ਕੀਤਾ। ਬਹੁ ਭੂਪਤ ਕੇ ਨਿਕਟ ਪਠਾਵੈ, ਹਾਂ, ਬਹੁ ਭੂਪਤ ਕੇ ਨਿਕਟ ਪਠਾਵੇਂ। ਰਾਮ ਸਿੰਘ ਜੈਪੁਰ ਦੇ ਰਾਜੇ ਵੱਲ ਬਹੁਤ ਹੀ ਜੰਤਰ ਮੰਤਰ ਛੱਡ ਕੇ ਭੇਜਦੇ ਹਨ ਵੀ ਕੋਈ ਨੁਕਸਾਨ ਕਰਕੇ ਆਓ, ਸਤਿਗੁਰ ਦੇ ਕਰ ਹਾਥ ਬਚਾਵੈ। ਪਰ ਜੰਤਰ ਮੰਤਰ ਚੱਲਦੇ ਤਾਂ ਉਹਨਾਂ ਦੇ ਉੱਤੇ ਜ਼ਰੂਰ ਹੈ ਵੀ ਜਿਨ੍ਹਾਂ ਦੇ ਵੱਲ ਗੁਰੂ ਸਾਹਿਬ ਦੀ ਮਦਦ ਨਾ ਹੋਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਹੋਣ ਕਰਕੇ ਉਹ ਰਾਜੇ ਦੇ ਕੋਈ ਅਸਰ ਨਹੀਂ ਹੁੰਦਾ। ਇਹ ਸਿੱਖ ਬਣ ਗਿਆ ਨਾ ਗੁਰੂ ਤੇਗ ਬਹਾਦਰ ਸਾਹਿਬ ਕੋ ਅੰਮ੍ਰਿਤ ਛਕ ਕੇ, ਤੇ ਮਹਾਰਾਜ ਫਿਰ ਜਿਹੜਾ ਸ਼ਰਨ ਪੈਂਦਾ ਉਹਦੀ ਮਦਦ ਆਪ ਕਰਦੇ ਨੇ। ਜੰਤਰ ਮੰਤਰ ਤਾਂ ਅਸਾਮ ਦਾ ਰਾਜਾ ਚਲਾਉਂਦਾ, ਪਰ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਦਾ ਹੱਥ ਰੱਖ ਕੇ ਬਚਾ ਲੈਂਦੇ ਹਨ। ਜੰਤਰ ਮੰਤਰ ਕੋ ਨਹਿ ਬਲ ਤਾਂ ਚਲੈ, ਕਿਸੇ ਜੰਤਰ ਮੰਤਰ ਦਾ ਬਲ ਚੱਲਿਆ ਹੀ ਨਹੀਂ ਹੈ ਜੈਪੁਰ ਦੇ ਰਾਜੇ ਉੱਤੇ। ਜੋ ਅਜਮਤ ਮੰਤਨ ਕੋ ਗਿਲੇ, ਤਾਂ ਕਹਿੰਦੇ ਵੀ ਜਿਹੜੇ ਮੰਤਰ ਨੇ ਨਾ ਐਸੇ ਇਹਨਾਂ ਨੇ ਸਿੱਧ ਕੀਤੇ ਆ, ਇਹੋ ਜਿਹੇ ਜੰਤਰ ਜਾਦੂ ਟੂਣੇ ਜਾਣਦੇ ਵੀ ਵੱਡੇ ਵੱਡੇ ਕਰਾਮਾਤਾਂ ਵਾਲਿਆਂ ਨੂੰ ਵੀ ਜਿਹੜੇ ਖਾ ਜਾਂਦੇ ਨਿਗਲ ਜਾਂਦੇ ਹਨ। ਮਹਾਪ੍ਰਬਲ ਜੋ ਫਿਰਹਿ ਨ ਫੇਰੇ, ਬੜੇ ਕਹਿੰਦੇ ਬਲ ਵਾਲੇ ਜੰਤਰ ਮੰਤਰ ਨੇ ਜਿਹੜਾ ਕਿਸੇ ਦੇ ਫੇਰਿਆਂ ਫਿਰਦੇ ਨਹੀਂ, ਭਾਵ ਕਿ ਜੇ ਇੱਕ ਵਾਰ ਵਾਰ ਕਰ ਦੇਣ ਤਾਂ ਉਹਦਾ ਅਸਰ ਸਾਹਮਣੇ ਵਾਲੇ ਤੇ ਜ਼ਰੂਰ ਹੁੰਦਾ, ਮੁੜਦੇ ਨਹੀਂ ਖਾਲੀ। ਜੈਸੇ ਨਾਸਹਿ ਬਲੀ ਬਡੇਰੇ, ਜਿਸ ਮੰਤਰ ਕਰਕੇ ਵੱਡੇ ਵੱਡੇ ਬਲੀ ਸੂਰਮੇ ਨਾਸ ਹੋ ਜਾਂਦੇ, ਜਿਹਦੇ ਉੱਤੇ ਕੋਈ ਮੰਤਰ ਸਾਧਣ ਵਾਲਾ ਜੰਤਰ ਮੰਤਰ ਕਰ ਦਵੇ। ਕਰਤੇ ਆਦਰੂ ਵਿਆਦ ਉਪਾਦ, ਮੰਤਰਾਂ ਦੇ ਨਾਲ ਕਿਸੇ ਨੂੰ ਕਹਿੰਦੇ ਸਰੀਰ ਦੀਆਂ ਬਿਮਾਰੀਆਂ ਲਾ ਦਿੰਦੇ ਨੇ, ਕਿਸੇ ਨੂੰ ਮਾਨਸਿਕ ਤੌਰ ਤੇ ਬਿਮਾਰ ਕਰ ਦਿੰਦੇ, ਕਿਸੇ ਦੇ ਹੋਰ ਝਗੜੇ ਕਲੇਸ਼ ਪਾ ਦਿੰਦੇ ਨੇ। ਵੇ ਆਦ ਵਿਆਦ ਤੇ ਉਪਾਦ, ਤਿੰਨੇ ਰੋਗ ਪੈਦਾ ਕਰਦੇ ਮੰਤਰਾਂ ਨਾਲ। ਬੈਠ ਬੈਠ ਦਿਨ ਕੇਤਕ ਸਾਧਾ, ਜਿਨ੍ਹਾਂ ਨੇ ਕਈ ਕਈ ਦਿਨ ਬਹਿ ਕੇ ਚਲੀਏ ਕੱਢ ਕੱਢ ਕੇ ਮੰਤਰ ਸਾਧੇ ਸਿੱਧ ਕੀਤੇ ਨੇ, ਸ਼ਕਤੀਆਂ ਲਈਆਂ, ਉਹ ਆਪਣੇ ਮੰਤਰ ਛੱਡ ਕੇ ਵੱਡੇ ਵੱਡੇ ਸੂਰਮਿਆਂ ਨੂੰ ਰੋਗ ਬਿਮਾਰੀਆਂ ਮਾਨਸਿਕ ਰੋਗ ਤੇ ਲੜਾਈਆਂ 'ਚ ਪਾ ਦਿੰਦੇ ਹਨ। ਨਿਰਪ ਕੋ ਰੋਮ ਨ ਬਾਂਕੋ ਹੋ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਜਿਹੜੇ ਏਡੇ ਏਡੇ ਵੱਡੇ ਮੰਤਰ ਚਲਾਏ ਇਹਨਾਂ ਨੇ, ਉਹਨਾਂ ਦੇ ਨਾਲ ਉਹ ਰਾਜੇ ਰਾਮ ਸਿੰਘ ਦਾ ਵਾਲ ਵੀ ਵਿੰਗਾ ਨਹੀਂ ਸਾਹਿਬਾਂ ਨੇ ਹੋਣ ਦਿੱਤਾ। ਕਿਸੋ ਮੰਤਰ ਕੋ ਸੇਕ ਨ ਜੋਗਾ, ਕਿਸੇ ਵੀ ਮੰਤਰ ਦੀ ਆਂਚ ਨਾ ਲੱਗੀ, ਥੋੜਾ ਜਿੰਨਾ ਵੀ ਦੁੱਖ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਹੁੰਦਿਆਂ ਲੱਗਾ ਰਾਜੇ ਜੈਪੁਰ ਦੇ ਨੂੰ। ਮੰਤਰ ਨਰ ਬਾਵਰ ਕਰੈ, ਕਈ ਤਾਂ ਕਹਿੰਦੇ ਵੀ ਐਸੇ ਮੰਤਰ ਨੇ ਵੀ ਜਦੋਂ ਚੱਲ ਜਾਣ ਤਾਂ ਮਨੁੱਖ ਨੂੰ ਪਾਗਲ ਕਰ ਦਿੰਦੇ, ਜਿਵੇਂ ਮਾਨ ਸਿੰਘ ਰਾਜਾ ਪਾਗਲ ਹੋ ਗਿਆ ਸੀ। ਤਨ ਆਦਿਕ ਸੁਧ ਸਗਰੀ ਹਰੈ, ਤੇ ਜਿਹਦੇ ਉੱਤੇ ਉਹ ਮੰਤਰ ਦਾ ਆ ਕੇ ਪ੍ਰਭਾਵ ਪੈ ਜਾਂਦਾ, ਉਹ ਆਪਣੇ ਸਰੀਰ ਦੀ ਸੁੱਧ ਹੀ ਨਹੀਂ ਰੱਖਦਾ, ਉਹਨੂੰ ਪਤਾ ਹੀ ਨਹੀਂ ਮੈਂ ਕਿੱਥੇ ਪਿਆ, ਆਪਣੇ ਸਰੀਰ ਦੀ ਕੋਈ ਖਬਰ ਨਹੀਂ ਰਹਿੰਦੀ ਮੰਤਰ ਕਰਕੇ। ਕਿਤਕ ਅੰਗ ਕੋ ਜੁਦਾ ਕਰਨ ਤੇ ਕਈ ਮੰਤਰ ਐਸੇ ਹੈ ਵੀ ਜਦੋਂ ਚਲਾ ਦਿੰਦੇ ਨੇ, ਜਿਨ੍ਹਾਂ ਮੰਤਰ ਸਿੱਧ ਕੀਤੇ ਆ, ਉਹ ਸਰੀਰ ਦੇ ਅੰਗ ਹੀ ਜੁਦਾ ਕਰ ਦਿੰਦੇ ਆ। ਕੁਝ ਕੁ ਵਰ੍ਹਿਆਂ ਦੀ ਪਹਿਲਾਂ ਦੀ ਗੱਲ ਹੈ ਵੀ ਜਿਵੇਂ ਕਈ ਐਸੇ ਜਿਨ੍ਹਾਂ ਨੇ ਪੀੜ ਦਾ ਮੰਤਰ ਸਿੱਧ ਕੀਤਾ ਹੁੰਦਾ ਸੀ ਵੀ ਜੇ ਕਿਸੇ ਦੇ ਦੰਦ ਦਾੜ ਕੋਈ ਦਾੜ ਬਹੁਤੀ ਹੋਈ ਦਰਦ ਕਰਦੀ ਤਾਂ ਉਹ ਕਹਿੰਦੇ ਸੀ ਵੀ ਜਿੱਥੇ ਦਰਦ ਹੁੰਦੀ ਉੱਥੇ ਉਂਗਲ ਰੱਖ, ਉਹ ਮੰਤਰ ਪੜ੍ਹਦੇ ਤੇ ਉਹ ਦਾੜ ਉਹਦੇ ਹੱਥ ਵਿੱਚ ਆ ਜਾਂਦੀ। ਐਵੇਂ ਕਈਆਂ ਨੇ ਮੰਤਰ ਸਿੱਧ ਕੀਤੇ ਹੋਏ ਸਨ। ਸੋ ਇਸ ਪ੍ਰਕਾਰ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕਿਰਪਾ ਹੀ ਹੈ ਵੀ ਜਿਹੜਾ ਇਹਨਾਂ ਦਾ ਬਚਾਅ ਹੋਇਆ, ਨਹੀਂ ਤੇ ਕਈ ਮੰਤਰ ਤੇ ਐਸੇ ਨੇ ਵੀ ਜਿਨ੍ਹਾਂ ਮੰਤਰ ਸਿੱਧ ਕੀਤੇ ਹਨ, ਜੇ ਉਹ ਮੰਤਰ ਚਲਾ ਦੇਣ ਤਾਂ ਸਾਹਮਣੇ ਵਾਲੇ ਦੇ ਅੰਗ ਵੱਖੋ ਵੱਖਰੇ ਹੋ ਜਾਂਦੇ ਹਨ। ਉਸ ਥੰਬ ਕੋ ਦੇਹ ਧਰੰਤੇ, ਤੇ ਕੋਈ ਕਹਿੰਦੇ ਵੀ ਥੰਮੇ ਵਾਂਗੂ ਕਰਕੇ ਰੱਖ ਦਿੰਦੇ, ਜਿਵੇਂ ਬੁਰਜੀ ਹੁੰਦੀ ਨਾ ਇੱਕ ਥਾਂ ਤੇ ਹਿਲਦੀ ਨਹੀਂ, ਐਵੇਂ ਮੰਤਰ ਚਲਾ ਕੇ ਵਸ ਕਰਕੇ ਤੇ ਇੱਕ ਥਾਂ ਤੇ ਕਹਿੰਦੇ ਥੰਮਲੇ ਵਾਂਗ ਉਹਨਾਂ ਨੂੰ ਕਰ ਦਿੰਦੇ ਹਨ, ਜੜ ਕਰ ਦਿੰਦੇ ਨੇ। ਵੇਖਦਾ ਹੈ ਬੰਦਾ ਡੌਰ ਭੌਰਾ ਜਿਹਾ, ਪਰ ਤੁਰਨ ਦੀ ਹਿੰਮਤ ਨਹੀਂ ਰਹਿੰਦੀ, ਸਰੀਰ ਹਿਲਾਉਣ ਦੀ ਹਿੰਮਤ ਨਹੀਂ ਰਹਿੰਦੀ ਉਸ ਅੰਦਰ। ਕੇਤਕ ਤਨ ਕੋ ਦੇ ਪਲਟਾਏ, ਕਈ ਤਾਂ ਇਸ ਤਰ੍ਹਾਂ ਦੇ ਵੀ ਜੰਤਰ ਮੰਤਰ ਨੇ ਵੀ ਜੇ ਚੱਲ ਜਾਣ
ਤਾਂ ਜੇ ਨਾਮ ਨਾ ਜਪਦਾ ਹੋਵੇ ਜਾਂ ਕੋਈ ਖੇਡ ਵਰਤਣੀ ਹੋਵੇ ਤਾਂ ਸਰੀਰ ਹੀ ਪਲਟ ਜਾਂਦਾ। ਜਿਵੇਂ ਭਾਈ ਮਰਦਾਨੇ ਨੂੰ ਹੀ ਅਸਾਮ ਵਾਲਿਆਂ ਭੇਡੂ ਬਣਾਤਾ ਸੀ। ਮਾਨੁਖ ਤੇ ਕਛ ਔਰ ਆ ਬਨਾਏ। ਮਨੁੱਖ ਤੋਂ ਕਹਿੰਦੇ ਕੁਝ ਹੋਰ ਹੀ ਬਣਾ ਕੇ ਵਿਖਾ ਦਿੰਦੇ ਹਨ ਜੇ ਚੱਲ ਜਾਣ ਤਾਂ। ਕੇਤਕ ਜਿਹਮਾ ਠਾਕਤ ਐਸੇ। ਕਈ ਮੰਤਰ ਐਸੇ ਨੇ ਵੀ ਜਿਹਦੇ ਨਾਲ ਬੰਦੇ ਦੀ ਜ਼ੁਬਾਨ ਹੀ ਬੋਲਣੋਂ ਹਟ ਜਾਂਦੀ ਹੈ। ਜਿਵੇਂ ਇੱਕ ਨਿੰਦਾ ਕਰ ਰਿਹਾ ਸੀ ਨਾ ਔਰੰਗਜ਼ੇਬ ਦੀ ਸਭਾ 'ਚ ਗੁਰੂ ਨਾਨਕ ਦੇਵ ਜੀ, ਤੇ ਰਾਮ ਰਾਏ ਨੇ ਉਹਦੀ ਜ਼ੁਬਾਨ ਹੀ ਬੰਦ ਪਾ ਦਿੱਤੀ ਸੀ, ਉਹਦੇ ਕੋਲ ਬੋਲਿਆ ਹੀ ਨਹੀਂ ਸੀ ਜਾਂਦਾ। ਸੋ ਇਸ ਤਰ੍ਹਾਂ ਕਈ ਮੰਤਰ ਐਸੇ ਨੇ ਵੀ ਜਿਹੜੀ ਜ਼ੁਬਾਨ ਹੀ ਰੋਕ ਦਿੰਦੇ ਹਨ। ਬਾਕ ਨ ਉਚਰਿਓ ਜਾਵੇ ਕੈਸੇ। ਤੇ ਭਾਵੇਂ ਫਿਰ ਜਿੰਨੀ ਮਰਜ਼ੀ ਕੋਈ ਤਾਕਤ ਲਾਵੇ ਉਹਦੇ ਜ਼ੁਬਾਨ ਚੋਂ ਕੋਈ ਬਚਨ ਹੀ ਨਹੀਂ ਨਿਕਲਦਾ। ਕੇਤਕ ਬਲ ਹਰਤਾ ਸਭ ਕੇਰਾ। ਕਿੱਡਾ ਵੀ ਵੱਡਾ ਕਿਸੇ 'ਚ ਬਲ ਹੋਵੇ, ਸਭ ਬਲ ਸ਼ਕਤੀਆਂ ਤਾਕਤਾਂ ਨੂੰ ਨਾਸ਼ ਕਰ ਦਿੰਦੇ ਨੇ ਜਿਨ੍ਹਾਂ ਨੇ ਜੰਤਰ ਮੰਤਰ ਸਿੱਧ ਕੀਤੇ ਹੋਣ। ਕਹਿ ਲਗ ਕਹੂੰ ਤਿਨਹੁ ਕੋ ਝੇਰਾ। ਇਹ ਜੰਤਰਾਂ ਮੰਤਰਾਂ ਦਾ ਜਿਹੜਾ ਜਾਦੂ ਦਾ ਜਿਹੜਾ ਇਹ ਕਵੀ ਜੀ ਕਹਿੰਦੇ ਝਗੜਾ ਝੰਬੇਲਾ ਹੈ। ਕਿੰਨਾ ਕੁ ਦੱਸਾਂ, ਇਹ ਬਹੁਤ ਇਸ ਇਲਾਕੇ ਦੇ ਵਿੱਚ ਅਸਾਮ ਹੋਇਆ, ਇਧਰ ਨੇੜੇ ਬੰਗਾਲ, ਇਹ ਤਾਂਤਰਿਕ ਲੋਕ ਇਹ ਜੰਤਰ ਮੰਤਰਾਂ ਦੇ ਝਗੜੇ ਝਾਮਿਆਂ 'ਚ ਫਸੇ ਹਨ। ਕੋ ਤਤਕਾਲ ਬਿਨਾਸ਼ੇ ਪ੍ਰਾਨ। ਬਸ ਕਈ ਤਾਂ ਇਹੋ ਜਿਹੇ ਵੀ ਹੈਗੇ ਨੇ ਵੀ ਬੰਦੇ ਦੇ ਪ੍ਰਾਣ ਹੀ ਨਾਸ਼ ਕਰ ਦਿੰਦੇ ਨੇ ਝਾਟੀ। ਔਰਿਓ ਨਾ ਏਕ ਨਿਰਪਤ ਪੈ ਆਨ। ਪਰ ਉਹ ਸਾਰੇ ਜਿਹੜੇ ਜੰਤਰ ਮੰਤਰ ਚਲਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰੱਖਿਆ ਹੋਣ ਕਰਕੇ ਇੱਕ ਵੀ ਆ ਕੇ ਫੁਰਿਆ ਨਹੀਂ। ਆਪਕੇ ਕਿਸੇ ਵੀ ਜੰਤਰ ਮੰਤਰ ਦਾ ਰਾਜੇ ਰਾਮ ਸਿੰਘ ਤੇ ਅਸਰ ਨਹੀਂ ਹੋਇਆ। ਜਿਸ ਕੇ ਸਤਿਗੁਰ ਰਛਕ ਹੋਏ। ਜਿਨ੍ਹਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਰੱਖੇ ਹੋ ਜਾਣ, ਜਿਨ੍ਹਾਂ ਦੀ ਬਾਹ ਸਤਿਗੁਰੂ ਜੀ ਆਪ ਫੜ ਲੈਂਦੇ ਹਨ। ਤੀਨ ਲੋਕ ਮਹਿ ਆਸਨ ਹੈ ਕੋਈ। ਤਿੰਨਾਂ ਲੋਕਾਂ 'ਚ ਇਹੋ ਜਿਹਾ ਨਹੀਂ ਕੋਈ ਜੰਮਿਆ ਵੀ ਫਿਰ ਉਹਨਾਂ ਦਾ ਕੋਈ ਨੁਕਸਾਨ ਕਰ ਸਕੇ। ਇਸ ਕੋ ਵਿਗਨ ਕਰੇ ਜੋ ਜਾਏ। ਆ ਮਹਾਰਾਜ ਸਾਹਿਬ ਕਹਿੰਦੇ ਤਿੰਨਾਂ ਲੋਕਾਂ 'ਚ ਇਹੋ ਜਿਹਾ ਕੋਈ ਨਹੀਂ ਹੈ ਜਿਹਦੇ ਗੁਰੂ ਰਕਸ਼ਕ ਹੋਣ ਤਾਂ ਉਹਦਾ ਕੋਈ ਵਿਘਨ ਕਰਕੇ ਕੋਈ ਨੁਕਸਾਨ ਕਰਕੇ ਰੁਕਾਵਟ ਪਾ ਦੇਵੇ ਕੋਈ। ਆਪਣੋ ਆਨ ਪ੍ਰਭਾਵ ਦਿਖਾਏ। ਕੋਈ ਜੰਤਰ ਮੰਤਰ ਪ੍ਰਭਾਵ ਵਿਖਾ ਹੀ ਨਹੀਂ ਸਕਦਾ ਉਹਦੇ ਉੱਤੇ ਜਿਹੜਾ ਮੂਲ ਮੰਤਰ ਦਾ ਜਾਪ ਕਰੇ, ਗੁਰੂ ਦਾ ਆਸਰਾ ਲਵੇ। ਅਨੇਕ ਬਾਰ ਬਹੁ ਬਲ ਪਤੇ ਆਏ। ਅਨੇਕਾਂ ਵਾਰ ਅਸਾਮ ਦੇ ਰਾਜੇ ਨੇ ਬਹੁਤ ਆਪਣੀ ਤਾਕਤ ਵਿਖਾ ਕੇ ਬਲ ਵੇਖਿਆ। ਸੋ ਕਰ ਕਰ ਹਾਰੇ ਸਮੁਦਾਇ। ਪਰ ਸਾਰੇ ਹੀ ਯਤਨ ਕਰ ਕੇ ਹਾਰ ਗਏ। ਕੋਈ ਜੰਤਰ ਮੰਤਰ ਨਾਲ ਨੁਕਸਾਨ ਨਹੀਂ ਹੋ ਸਕਿਆ ਰਾਜੇ ਦਾ ਜਾਂ ਉਹਦੀ ਫੌਜ ਦਾ। ਚਿੰਤਾ ਭਈ ਕਾਮਰੂ ਦੇਸ਼। ਕਾਮਰੂਪ ਦੇਸ਼ ਦੇ ਲੋਕ ਚਿੰਤਤ ਹੋ ਗਏ ਵੀ ਅੱਗੇ ਤਾਂ ਅਸੀਂ ਜੰਤਰਾਂ ਮੰਤਰਾਂ ਨਾਲ ਜਿਹੜਾ ਵੀ ਆਉਂਦਾ ਸੀ ਉਹਦਾ ਨਾਸ਼ ਕਰ ਦਿੰਦੇ ਸਾਂ। ਨਰ ਵਿਸ਼ੇਸ਼ ਕੇ ਸਹਿਤ ਨਰੇਸ਼। ਜਿਹੜਾ ਅਸਾਮ ਦਾ ਰਾਜਾ ਏ ਉਹ ਆਪਣੇ ਮੰਤਰੀਆਂ ਹੋਰ ਮਨੁੱਖਾਂ ਦੇ ਸਮੇਤ ਸਲਾਹ ਕਰ ਰਿਹਾ। ਸਾਰੇ ਚਿੰਤਾ ਵਿੱਚ ਆ ਗਏ। ਇਹ ਗੱਲ ਬਣੀ ਕੀ ਹੈ ਵੀ ਸਾਡੇ ਜੰਤਰ ਮੰਤਰ ਚੱਲ ਕਿਉਂ ਨਹੀਂ ਰਹੇ। ਕਿਆ ਹੋਇਓ ਨਹਿ ਮੰਤਰਨ ਸ਼ਕਤ। ਕਹਿੰਦੇ ਵੀ ਕੀ ਗੱਲ ਹੈ, ਸਾਡੇ ਮੰਤਰਾਂ 'ਚ ਸ਼ਕਤੀ ਨਹੀਂ ਰਹਿ ਗਈ ਜਾਂ ਤਾਕਤ ਨਹੀਂ ਹੈ ਹੁਣ ਜੋ ਅਸਰ ਨਹੀਂ ਕੀਤਾ। ਕਰ ਕਰ ਹਾਰੇ ਸਗਰੀ ਜੁਗਤ। ਸਾਰੀਆਂ ਜੁਗਤੀਆਂ ਢੰਗ ਤਰੀਕੇ ਵਰਤ ਕੇ ਹਾਰ ਗਏ ਆ, ਫੇਰ ਵੀ ਰਾਮ ਸਿੰਘ ਰਾਜੇ ਦਾ ਨੁਕਸਾਨ ਨਹੀਂ ਹੋਇਆ। ਕੌਣ ਬਲੀ ਅਸ ਜਿਸ ਤੇ ਹਾਰੇ। ਇਸ ਤਰ੍ਹਾਂ ਸਲਾਹਾਂ ਕਰਦੇ ਵੀ ਇਹੋ ਜਿਹਾ ਕਿਹੜਾ ਬਲੀ ਹੈ ਵੀ ਜਿਹਦੇ ਅੱਗੇ ਸਾਡੇ ਸਾਰੇ ਹੀ ਮੰਤਰ ਹਾਰਦੇ ਜਾ ਰਹੇ ਹਨ। ਨਹੀਂ ਆਪਣੀ ਸ਼ਕਤ ਦਿਖਾਰੇ। ਵੀ ਆਪਣੀ ਜਾ ਕੇ ਸ਼ਕਤੀ ਨਹੀਂ ਵਿਖਾ ਰਹੇ। ਇਹੋ ਜੀ ਗਾੜੀ ਕਿਹੜੀ ਤਾਕਤ ਬੈਠੀ ਹੈ ਜਿਹਦੇ ਕਰਕੇ ਪ੍ਰਭਾਵ ਨਹੀਂ ਪੈ ਰਿਹਾ ਰਾਜੇ ਤੇ। ਕਰ ਨਾ ਸਕਹਿ ਕਾਰਜ ਸਿਧ ਕੋਈ। ਇਸ ਤਰ੍ਹਾਂ ਦਾ ਕਿਹੜਾ ਤੇਜ ਪ੍ਰਤਾਪੀ ਪੁਰਖ ਉਸ ਪਾਸੇ ਆ ਗਿਆ ਜਿਸ ਕਰਕੇ ਸਾਡੇ ਕੀਤੇ ਹੋਏ ਛੱਡੇ ਹੋਏ ਜੰਤਰ ਮੰਤਰ ਸਾਡਾ ਕੋਈ ਕੰਮ ਹੀ ਨਹੀਂ ਕਹਿੰਦੇ ਸਿੱਧ ਕਰ ਰਹੇ। ਬਲਜੁਤ ਪੂਜੇ ਨਿਸ਼ਫਲ ਸੋਈ। ਬਲ ਜੁਤ ਪੂਜੇ ਨਿਸ਼ਫਲ ਸੋਈ। ਕਹਿੰਦੇ ਬਲੀਆਂ ਦੇ ਕਰਕੇ ਜਿਹੜੇ ਮੰਤਰ ਅਸੀਂ ਸਿੱਧ ਕੀਤੇ ਸਨ, ਪੂਜਾ ਕਰਕੇ ਜਿਹੜੇ ਚਲਾਏ ਸਨ, ਉਹ ਸਾਰੇ ਸਾਡੇ ਨਿਸ਼ਫਲ ਹੋ ਗਏ। ਬਹੁਰ ਉਪਾਉ ਔਰ ਤਬ ਕਰੇ। ਇਸ ਤਰ੍ਹਾਂ ਚਿੰਤਾ ਵਿੱਚ ਨੇ ਫਿਰ ਇਹਨਾਂ ਨੇ ਇੱਕ ਹੋਰ ਯਤਨ ਕੀਤਾ ਵੀ ਇਹਨਾਂ ਨੂੰ ਡਰਾਈਏ ਕਿਸੇ ਢੰਗ ਦੇ ਨਾਲ। ਇਸਤਰੀ ਗਨ ਜੇ ਮੰਤਰਨ ਧਰੇ। ਜਿਹੜੀਆਂ ਇਸ ਇਲਾਕੇ ਦੇ ਵਿੱਚ ਮੰਤਰ ਜੰਤਰ ਜਾਣਦੀਆਂ ਸਨ ਕੋਈ ਔਰਤਾਂ, ਉਹਨਾਂ ਨੂੰ ਇਕੱਠਿਆਂ ਕੀਤਾ। ਸਭ ਕੋ ਨਿਪਟ ਬੁਲਾਏ। ਉਹਨਾਂ ਸਾਰੀਆਂ ਨੂੰ ਲੈ ਕੇ ਆਏ ਨੇ ਕਿਉਂਕਿ ਤ੍ਰਿਆ ਰਾਜ ਇਸਤਰੀਆਂ ਦਾ ਹੀ ਰਾਜ ਸੀ। ਇਹੋ ਜਿਹਾ ਵੀ ਇਲਾਕਾ ਸੀ ਕਾਮਰੂਪ ਵੱਲ ਜਿੱਥੇ ਭਾਈ ਮਰਦਾਨੇ ਨੂੰ ਭੇਡੂ ਬਣਾਇਆ ਸੀ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀ।
ਤੇ ਬਹੁਤ ਇਸਤਰੀਆਂ ਜੋ ਮੰਤਰ ਜਾਣਦੀਆਂ ਰਾਜੇ ਨੇ ਸਾਰੀਆਂ ਆਪਣੇ ਪਾਸ ਬੁਲਾਈਆਂ। ਕਹਿਓ ਦਰਬ ਦੇ ਕਰ ਸਮੁਦਾਇ, ਸਾਰਿਆਂ ਨੂੰ ਬਹੁਤਾ ਧਨ ਦੇ ਕੇ ਤਾਂ ਸ਼ਾਮ ਦਾ ਰਾਜਾ ਕਹਿਣ ਲੱਗਾ, ਤੁਮ ਇਕੱਤਰ ਹੋਏ ਸਗਰੀ ਜਾਵੋ। ਕਹਿੰਦੇ ਵੀ ਹੁਣ ਤਾਂ ਅਸੀਂ ਬਾਕੀ ਤਾਂ ਹਾਰ ਹੰਬ ਗਏ ਐ, ਹੁਣ ਇਉਂ ਕਰੋ ਵੀ ਤੁਸੀਂ ਹਵਾ 'ਚ ਉੱਡ ਸਕਦੀਆਂ ਜੇ ਸ਼ਕਤੀ ਦੇ ਬਲ ਤੇ ਤੁਸੀਂ ਸਾਰੀਆਂ ਇਕੱਠੀਆਂ ਹੋ ਕੇ ਜਾਣਾ ਕਰੋ ਜਿੱਥੇ ਆ ਕੇ ਵੈਰੀ ਦਲ ਉਤਰਿਆ ਹੈ। ਨਿਜ ਮੰਤਰਨ ਕੀ ਸ਼ਕਤ ਤੇ ਦਿਖਾਵੋ, ਆਪਣੇ ਮੰਤਰਾਂ ਦੀ ਸ਼ਕਤੀ ਵਿਖਾਓ ਹੁਣ ਜਾ ਕਰਕੇ। ਮਰੇ ਨਹੀਂ ਤੁਮ ਤੇ ਨਰ ਕੋਈ। ਆ ਅਸਾਮ ਦਾ ਰਾਜਾ ਉਹ ਜਾਦੂਗਰਨੀਆਂ ਨੂੰ ਸੱਦ ਕੇ ਕਹਿੰਦਾ ਵੀ ਇਹ ਤਾਂ ਭਾਵੇਂ ਪਤਾ ਹੀ ਹੈ ਵੀ ਤੁਹਾਡੇ ਕੋਲੋਂ ਕਿਸੇ ਨੇ ਮਰਨਾ ਨਹੀਂ, ਤੁਸੀਂ ਮਾਰ ਤਾਂ ਨਹੀਂ ਸਕਦੀਆਂ ਕਿਸੇ ਦੇ ਤਾਈਂ, ਕਹੋ ਦਿਖਾਵੋ ਡਰ ਉਰ ਹੋਈ। ਪਰ ਫੇਰ ਵੀ ਕਹਿੰਦੇ ਵੀ ਜੇ ਤੁਸੀਂ ਆਪਣੇ ਇਹ ਮੰਤਰ ਜੰਤਰ ਜੇ ਵਿਖਾਓਗੀਆਂ ਜਾ ਕੇ ਤਾਂ ਫੌਜ ਡਰ ਡੁਰੀ ਜਾਊਗੀ। ਉਹਨਾਂ ਨੂੰ ਇਸ ਤਰ੍ਹਾਂ ਹੀ ਵਿਖਾਇਓ ਵੀ ਅਸੀਂ ਮਾਰਨੀ ਆਈਆਂ ਹਾਂ, ਤੇ ਡਰ ਡੁਰ ਕੇ ਕਹਿੰਦੇ ਵੀ ਸਾਰੇ ਭੱਜ ਜਾਣਗੇ ਤੁਹਾਡੇ ਤੋਂ। ਜਿਸ ਤੇ ਤੁਰਕ ਉਸ਼ਰ ਕੇ ਅਨੀ, ਹਾਂ, ਜਿਸ ਕਰਕੇ ਜਿਹੜੀ ਤੁਰਕੇਸ਼ਰ ਦੀ ਫੌਜ ਆਈ ਹੈ ਉਹ ਸਾਰੀ ਭੱਜ ਜਾਵੇ। ਜਾਏ ਪਲਾਏ ਤਰਾਸ ਕਰ ਘਨੀ, ਅਸਾਮ ਦੇ ਰਾਜੇ ਨੇ ਜਾਦੂਗਰਨੀਆਂ ਕੁਝ ਇਸਤਰੀਆਂ ਨੂੰ ਸੱਦਿਆ ਜੋ ਚੰਗੇ ਮੰਤਰ ਜੰਤਰ ਜਾਣਦੀਆਂ, ਵੀ ਤੁਸੀਂ ਜਾ ਕੇ ਮਾਰ ਤਾਂ ਨਹੀਂ ਕਿਸੇ ਨੂੰ ਸਕੋਗੀਆਂ, ਪਰ ਡਰ ਇਹੋ ਜਿਹਾ ਦਿਓ ਵੀ ਐਂ ਲੱਗੇ ਵੀ ਸਾਨੂੰ ਇਹਨਾਂ ਮਾਰ ਹੀ ਦੇਣਾ ਹੈ, ਤੇ ਉਹ ਡਰ ਦੇ ਕਰਕੇ ਫੌਜ ਭੱਜ ਜਾਵੇ ਜਿਹੜੀ ਵੈਰੀ ਦੀ ਆਈ ਹੈ। ਸੁਨਤ ਜੋ ਖਤਾ ਹਵੇ ਕਰ ਤਿਆਰ, ਹਾਂ, ਰਾਜੇ ਕੋ ਸੁਣ ਕੇ ਉਸੇ ਵੇਲੇ ਉਹ ਔਰਤਾਂ ਤਿਆਰ ਹੋ ਗਈਆਂ। ਆਪੋ ਆਪਣੇ ਮੰਤਰ ਸੰਭਾਲ, ਜੋ ਵੀ ਇਹਨਾਂ ਮੰਤਰ ਸਿੱਧ ਕੀਤੇ ਸਨ ਆਪੋ ਆਪਣੇ ਮੰਤਰ ਸੰਭਾਲੇ। ਧੋਬਨ ਕੁਮਰੇਰੀ ਚਮਰੇਰੀ, ਆ ਕੋਈ ਧੋਬੀ ਦਾ ਕੱਪੜੇ ਧੋਣ ਵਾਲੇ ਦੀ ਔਰਤ ਹੈ ਧੋਬਣ, ਕੋਈ ਭਾਂਡੇ ਘੜਨ ਵਾਲੇ ਜਿਹੜੇ ਹਨ ਉਹਨਾਂ ਦੇ ਘਰੋਂ ਹਨ, ਅਤੇ ਜੋ ਕੋਈ ਜੁੱਤੀਆਂ ਗੰਢਣ ਦਾ ਚੰਮ ਦਾ ਕਰਨ ਵਾਲੇ ਉਹ ਬੀਬੀਆਂ ਹਨ। ਇਤਿਆਦਕ ਜਾਤਨ ਕੀ ਚੇਰੀ, ਇਤਿਆਦਕ ਕਹਿੰਦੇ ਵੀ ਧੋਬਣਾ ਦਾ ਕੰਮ ਕਰਨਾ, ਭਾਂਡੇ ਬਣਾਉਣੇ ਅਤੇ ਹੋਰ ਚੰਮ ਆਦਿਕ ਕਰਨ ਵਾਲੀਆਂ ਜਿਹੜੀਆਂ ਇਸਤਰੀਆਂ ਇਹਨਾਂ ਜਾਤਾਂ ਦੀਆਂ ਟਹਿਲਣਾ ਸਨ ਜੋ ਰਾਜੇ ਦੀਆਂ। ਕੇ ਕਹੇ ਸਕਲ ਚਲ, ਰਾਜੇ ਦੇ ਹੁਕਮ ਤੇ ਸਾਰੀਆਂ ਹੀ ਉਸ ਪਾਸੇ ਨੂੰ ਆਈਆਂ ਜਿੱਥੇ ਰਾਜੇ ਦੀ ਫੌਜ ਜੈਪੁਰ ਦੀ ਉਤਰੀ ਹੈ। ਕਿਨਹੁ ਚੜ ਕਰ ਭੀਤ ਤਵਾਰੀ, ਇਹਨਾਂ ਕੋ ਇਹੋ ਜਿਹੇ ਕੋਈ ਜੰਤਰ ਮੰਤਰ ਸੀ ਵੀ ਕੁਝ ਸਮਾਂ ਹਵਾ 'ਚ ਠਹਿਰ ਸਕਦੀਆਂ ਤਾਂ ਇਉਂ ਵੇਖਣ ਵਾਲੇ ਨੂੰ ਡਰ ਦੇ ਦਿੰਦੀਆਂ ਸਨ। ਕੋਈ ਤਾਂ ਕੰਧ ਦੇ ਉੱਤੇ ਚੜ ਕੇ ਦੌੜੀ ਆ ਰਹੀ ਉੱਤੇ ਆਕਾਸ਼ ਵਿੱਚ, ਜਿਵੇਂ ਕੋਈ ਕਹਿੰਦੇ ਵੀ ਅਸਵਾਰੀ ਹੋਵੇ, ਕੰਧ ਨੂੰ ਹੀ ਆਪਣੀ ਅਸਵਾਰੀ ਬਣਾ ਲਿਆ। ਕੋ ਬ੍ਰਿਸ਼ਨ ਪਰ ਚੜ ਕਰ ਚਾਲੀ, ਤੇ ਕਿਸੇ ਨੇ ਦਰਖਤ ਦੀ ਅਸਵਾਰੀ ਲਈ ਹੈ, ਬ੍ਰਿਸ਼ ਹਵਾ ਚ ਉੜਦੇ ਜਾ ਰਹੇ ਆ ਤੇ ਕੁਝ ਇਸਤਰੀਆਂ ਉਹਦੇ ਉੱਪਰ ਬੈਠੀਆਂ ਹਨ। ਸੋਰਤ ਮੁਖ ਤੇ ਅਗਨ ਵਿਸਾਲੀ, ਮੂੰਹ ਦੇ ਵਿੱਚੋਂ ਅੱਗ ਕੱਢ ਕੇ ਵਿਖਾਉਂਦੀਆਂ ਜਿਵੇਂ ਹੁਣੇ ਹੀ ਸਾੜ ਕੇ ਸੁਆਹ ਕਰ ਦੇਣ। ਕੋ ਢੋਲਕ ਕੋ ਡਮਰੂ ਗਹੀਆ, ਕਿਸੇ ਨੇ ਢੋਲਕ ਫੜਿਆ ਹੋਇਆ, ਕੋਈ ਡਮਰੂ ਵਜਾਉਂਦੀਆਂ ਆ ਰਹੀਆਂ ਨੇ। ਹਰ ਪਰ ਗਰਜਤ ਕੋ ਅਹੀਆ, ਆ ਕੋਈ ਸ਼ੇਰ ਦੀ ਸਵਾਰੀ ਕਰਦੀਆਂ, ਗਰਜ ਕਰਦੀਆਂ, ਡਰਾਉਂਦੀਆਂ ਆ ਰਹੀਆਂ ਹਨ। ਕਿਤਕ ਭਿਆਨਕ ਰੂਪ ਦਿਖਾਣ, ਕਈ ਬੜੇ ਭਿਆਨਕ ਰੂਪ ਵਿਖਾਉਂਦੀਆਂ ਨੇ। ਸਾਧ ਸੰਗਤ ਕਈ ਤਰਕ ਜਿਹਾ ਕਰ ਦਿੰਦੇ ਵੀ ਇਹ ਇਦਾਂ ਕਿਵੇਂ ਆ। ਇਹ ਸਾਧ ਸੰਗਤ ਬੜਾ ਕੁਝ ਇਦਾਂ ਦਾ ਪਹਿਲਾਂ ਚੱਲਦਾ ਸੀ। ਆਮ ਹੀ ਮਦਾਰੀ ਲੋਕ ਹੀ ਆਉਂਦੇ ਹੁੰਦੇ ਸਨ। ਇੱਕ ਝੋਲੇ ਦੇ ਵਿੱਚੋਂ ਅੱਖੀਂ ਵੇਖਿਆ ਵੀ ਨਿੱਕੇ ਜਿਹੇ ਝੋਲੇ ਦੇ ਵਿੱਚੋਂ ਹੀ ਕਈ ਕੁਝ ਬਣਾ ਕੇ ਵਿਖਾਤਾ। ਮੋਰ ਕਿੱਡਾ ਵੱਡਾ ਜਾਨਵਰ ਹੁੰਦਾ, ਕਦੀ ਮੋਰ ਬਣਾ ਕੇ ਵਿਖਾ ਦਿੰਦੇ ਸਨ, ਕਦੀ ਉਹ ਵਿੱਚੋਂ ਹੀ ਸੱਪ ਜਿਹਾ ਬਣਾ ਕੇ ਵਿਖਾ ਦੇਣਾ ਮੋਰ ਦਾ, ਕਦੀ ਹੋਰ ਜਾਨਵਰ ਬਣਾ ਦਿੰਦੇ ਸਨ। ਸੋ ਇਸ ਤਰ੍ਹਾਂ ਇਹ ਜੋ ਥੋੜ੍ਹਾ ਬਹੁਤ ਇਹਨਾਂ ਨੇ ਆਪਣਾ ਸਿੱਖਿਆ ਹੁੰਦਾ ਸੀ ਪਹਿਲਾਂ ਲੋਕ, ਹੁੰਦਾ ਤੇ ਕਿਸੇ ਦਾ ਕਈ ਤਾਂ ਬਹੁਤਾ ਨੁਕਸਾਨ ਤਾਂ ਨਹੀਂ ਕਰ ਸਕਦੇ। ਜੰਤਰ ਮੰਤਰ ਕੋਈ ਵਿਰਲਾ ਹੀ ਜਾਣਦਾ ਹੁੰਦਾ ਸੀ, ਤੇ ਜਿਹੜੇ ਬਹੁਤੇ ਤਾਂ ਅੱਖਾਂ ਦਾ ਭਲੇਵਾਂ ਪਾ ਕੇ ਇਹੋ ਜਿਹੀ ਸ਼ਕਤੀ ਜੀ ਵਿਖਾ ਦਿੰਦੇ ਸਨ ਵੀ ਵੇਖਣ ਵਾਲਾ ਹੈਰਾਨ ਹੋ ਜਾਂਦਾ ਸੀ। ਇਹ ਮਦਾਰੀ ਲੋਕ ਹੋਏ ਜਾਂ ਕੋਈ ਥੋੜ੍ਹੇ ਬਹੁਤ ਇਮਾਨਦਾਰੀ ਲੋਕ ਹੋਏ, ਮੰਤਰਾਂ ਜੰਤਰਾਂ ਨੂੰ ਜਾਣਨ ਵਾਲੇ, ਮਾਇਆ ਦਾ ਅੱਖਾਂ ਦਾ ਭੁਲੇਖਾ ਜਿਹਾ ਬਣਾ ਕੇ ਬੜਾ ਕੁਝ ਵਿਖਾ ਦਿੰਦੇ ਨੇ। ਇਸੇ ਤਰ੍ਹਾਂ ਇਹ ਇਸਤਰੀਆਂ ਨੂੰ ਰਾਜੇ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਤੁਸੀਂ ਮਾਰ ਤਾਂ ਕਿਸੇ ਨੂੰ ਸਕਦੀਆਂ ਨਹੀਂ, ਪਰ ਡਰਾ ਤਾਂ ਸਕਦੀਆਂ ਜੇ ਨਾ।
ਇਸ ਤਰ੍ਹਾਂ ਇਹ ਭਿਆਨਕ ਜਿਹਾ ਰੂਪ ਬਣਾ ਕੇ ਆਈਆਂ ਨੇ। ਕਿਸੇ ਨੇ ਸ਼ੇਰ ਦੀ ਸਵਾਰੀ ਕੀਤੀ ਹੈ, ਕੋਈ ਰੁੱਖ ਤੇ ਚੜੀ ਆ ਰਹੀ, ਕੋਈ ਕੰਧ ਨੂੰ ਦੌੜਾਈ ਆ ਰਹੀ ਹੈ, ਮੂੰਹ ਚੋਂ ਅੱਗ ਕੱਢ ਰਹੀਆਂ ਨੇ, ਗਰਜਦੀਆਂ ਨੇ ਜਿਵੇਂ ਹੁਣੇ ਹੀ ਮਾਰ ਦੇਣਾ ਹੋਵੇ। ਕੋ ਸੁੰਦਰ ਬਨ ਠਨ ਕਰ ਆਵੈ। ਕਈਆਂ ਨੇ ਤਾਂ ਬੜਾ ਭਿਆਨਕ ਜਿਹਾ ਰੂਪ ਬਣਾਇਆ ਹੈ, ਝਾਟਾ ਜਿਹਾ ਖਿਲਾਰ ਕੇ, ਤੇ ਕਈਆਂ ਨੇ ਸੋਹਣਾ ਰੂਪ ਬਣਾਇਆ ਹੈ ਫੌਜ ਨੂੰ ਮੋਹਿਤ ਕਰਨ ਲਈ। ਚਲੀ ਆਏ ਸਭ ਬੀਚ ਆਕਾਸ਼। ਇਵੇਂ ਆਕਾਸ਼ ਵਿੱਚ ਉੱਡਦੀਆਂ ਆ ਰਹੀਆਂ ਹਨ ਸਾਰੀਆਂ ਇਸਤਰੀਆਂ। ਲਸ਼ਕਰ ਕੋ ਪਜਾਵੇਂ ਤਰਾਸ। ਤੇ ਜਿਹੜੀ ਫੌਜ ਹੈ ਜੈਪੁਰ ਦੇ ਰਾਜੇ ਦੀ, ਉਹਨਾਂ ਨੂੰ ਡਰ ਦਿੰਦੀਆਂ ਨੇ। ਨਹਿ ਬਸ ਚਲਹਿ ਗਨੀ ਨਹਿ ਜਾਏ। ਆਕਾਸ਼ ਵਿੱਚ ਉੱਡਦੀਆਂ ਵੇਖ ਕਰਕੇ ਤੇ ਫੌਜ ਵੀ ਹੈਰਾਨ ਤੇ ਡਰ ਰਹੀ ਹੈ ਤੇ ਹੈਰਾਨ ਹੁੰਦੀ। ਵਸ ਨਹੀਂ ਚੱਲਦਾ, ਕਿਉਂਕਿ ਕਿਸੇ ਤਰ੍ਹਾਂ ਕਰਕੇ ਵੀ ਪਕੜੀਆਂ ਨਹੀਂ ਜਾਂਦੀਆਂ। ਦੇਖ ਦੇਖ ਕਰ ਨਰ ਡਰ ਪਾਏ। ਜੋ ਜੈਪੁਰ ਦੇ ਰਾਜੇ ਦੀ ਫੌਜ ਦੇ ਮਨੁੱਖ ਨੇ ਵੇਖ ਵੇਖ ਕੇ ਹੀ ਡਰਦੇ ਨੇ ਵੀ ਇਹ ਕੀ ਬਲਾਵਾਂ ਆ ਗਈਆਂ ਸਾਡੇ ਵੱਲ। ਬੜ ਅਚਰਜ ਮਾਨਿਓ ਸਭ ਹੀਨ। ਸਾਰਿਆਂ ਨੇ ਬੜੀ ਹੈਰਾਨੀ ਮੰਨੀ ਹੈ। ਔਰ ਉਤਸ਼ਾਹੋ ਭਇਓ ਸਭ ਸ਼ੀਨ। ਹਾਂ, ਇਧਰ ਬਿਸ਼ਨ ਸਿੰਘ ਰਾਜਾ ਜਿਹੜਾ ਹੈ, ਔਰ ਉਤਸ਼ਾਹੋ ਭਇਓ ਸਭ ਸ਼ੀਨ, ਜਿਹੜਾ ਜੰਗ ਵਿੱਚ ਜਿੱਤਣ ਦਾ ਉਤਸ਼ਾਹ ਸੀ ਨਾ, ਵੀ ਅਸੀਂ ਜਿੱਤ ਕੇ ਜਾਵਾਂਗੇ ਪਹਿਲੀ ਵਾਰਾਂ, ਉਹ ਉਤਸ਼ਾਹ ਹੀ ਇਹਨਾਂ ਦਾ ਸਾਰਾ ਕਹਿੰਦੇ ਨਾਸ ਹੋ ਗਿਆ। ਅੰਦਰ ਹੌਸਲਾ ਹੀ ਨਾ ਰਿਹਾ। ਕਹਿੰਦੇ ਇਹਨਾਂ ਅੱਗੇ ਕੀ ਲੜਾਂਗੇ, ਤਾਂ ਆਕਾਸ਼ ਵਿੱਚ ਉੱਡਦੇ ਫਿਰਦੇ ਹਨ। ਰਾਮ ਸਿੰਘ ਨ੍ਰਿਪਤੇ ਗਨਹੇਰੀ। ਰਾਮ ਸਿੰਘ ਰਾਜੇ ਨੇ ਵੀ ਵੇਖਿਆ ਵੀ ਇਹ ਆਕਾਸ਼ ਵਿੱਚ ਉੱਡੀਆਂ ਕਈ ਤਰ੍ਹਾਂ ਦੀਆਂ ਆ ਰਹੀਆਂ ਨੇ ਇਸਤਰੀਆਂ, ਜਿਨ੍ਹਾਂ ਸ਼ਕਤੀ ਮੰਤਰਨ ਕੇਰੀ। ਜਿਨ੍ਹਾਂ ਦੇ ਕੋਲ ਮੰਤਰਾਂ ਦੀ ਸ਼ਕਤੀ ਹੈ, ਆਕਾਸ਼ ਵਿੱਚ ਉੱਡ ਰਹੀਆਂ ਹਨ। ਕਹਿਓ ਤਜੋ ਤੋਪੈ ਸਮੁਦਾਇ। ਉਹਨਾਂ ਨੂੰ ਵੇਖ ਕੇ ਰਾਮ ਸਿੰਘ ਨੇ ਫੌਜ ਨੂੰ ਹੁਕਮ ਕੀਤਾ ਵੀ ਇਹਨਾਂ ਵੱਲ ਨੂੰ ਤੋਪਾਂ ਸਿੱਧੀਆਂ ਕਰਕੇ ਚਲਾਓ ਸਾਰੇ ਹੀ। ਕਰੋ ਪ੍ਰਹਾਰਨ ਗੋਰਨ ਘਾਏ। ਗੋਲਿਆਂ ਦਾ ਘਾਓ ਮਾਰੋ, ਇਹਨਾਂ ਦੇ ਸੱਟ ਮਾਰੋ ਤੇ ਮਾਰ ਦਿਓ ਜਿਹੜੀਆਂ ਵੀ ਹਵਾ ਚ ਉੱਡੀਆਂ ਆ ਰਹੀਆਂ ਹਨ। ਰਹੇ ਦੂਰ ਨਹਿ ਨੀਰ ਆਵੈ। ਦੂਰ ਹੀ ਰਹਿਣ, ਆਪਣੀ ਫੌਜ ਦੇ ਨੇੜੇ ਨਹੀਂ ਇਹ ਇਸਤਰੀਆਂ ਆ ਸਕਦੀਆਂ। ਫੇਰ ਮਾਰੇ ਜੇ ਪੁਨ ਸੁਧ ਪਾਵਹਿ। ਤੇ ਰਾਮ ਸਿੰਘ ਕਹਿੰਦਾ ਵੀ ਗੋਲਿਆਂ ਦੀ ਮਾਰ ਦੇ ਨਾਲ ਮਾਰ ਦਿਓ, ਜੇ ਕਰਾਂ ਮਰਨਗੀਆਂ ਫੇਰ ਇਹਨਾਂ ਨੂੰ ਸੁਧ ਆਊਗੀ, ਫੇਰ ਰਾਜੇ ਨੂੰ ਖਬਰ ਲੱਗੇਗੀ ਵੀ ਕਿਹਦੇ ਨਾਲ ਪੰਗਾ ਪਿਆ ਹੈ। ਤਬੇ ਤਿਆਰ ਕਰ ਤੋਪਨ ਬ੍ਰਿੰਦ। ਰਾਜੇ ਦੇ ਹੁਕਮ ਦੇ ਨਾਲ ਉਸੇ ਵੇਲੇ ਫੌਜ ਨੇ ਬਹੁਤੀਆਂ ਤੋਪਾਂ ਤਿਆਰ ਕਰਕੇ ਲਗੇ ਚਲਾਵਨ ਸ਼ਬਦ ਬਿਲੰਦ। ਸਿੱਧਾ ਕਰਕੇ ਉਹ ਜਿਹੜੀਆਂ ਇਸਤਰੀਆਂ ਆਕਾਸ਼ ਵਿੱਚ ਉੱਡਦੀਆਂ ਆ ਰਹੀਆਂ ਸਨ, ਉਧਰ ਨੂੰ ਤੋਪਾਂ ਦੇ ਮੂੰਹ ਕਰਕੇ ਗੋਲੇ ਚਲਾਉਣ ਲੱਗੇ। ਬੜਾ ਭਾਰੀ ਸ਼ਬਦ ਆਵਾਜ਼ਾ ਹੋਇਆ। ਜੇਤਕ ਗੋਰੇ ਤਿੰਨ ਪਰ ਮਾਰੇ। ਜਿੰਨੇ ਵੀ ਗੋਲੇ ਉਹਨਾਂ ਵੱਲ ਨੂੰ ਚਲਾ ਕੇ ਮਾਰੇ ਸਨ, ਪਹੁੰਚੇ ਨਹਿ ਸਮੀਪ ਤਿਨ ਸਾਰੇ। ਉਹ ਇਸਤਰੀਆਂ ਦੇ ਕਹਿੰਦੇ ਸਾਰੇ ਕੋਲ ਗਏ ਨਹੀਂ, ਉਹ ਜਾਦੂਗਰਨੀਆਂ ਤੋਂ ਦੂਰ ਹੀ ਹੇਠਾਂ ਹੀ ਡਿੱਗ ਪਏ। ਕੇਤਕ ਅਧ ਮਾਰਗ ਗਿਰ ਪਰੇ। ਕਈ ਤਾਂ ਰਾਹ ਦੇ ਵਿੱਚ ਹੀ ਡਿੱਗ ਪਏ ਨੇ ਜਦੋਂ ਉਧਰ ਨੂੰ ਜਾ ਰਹੇ ਸਨ। ਕੇਤਕ ਤੋਪਨ ਵਿੱਚ ਅਰੇ। ਕਈ ਗੋਲੇ ਤੋਪਾਂ ਦੇ ਵਿੱਚ ਹੀ ਅੜ ਗਏ, ਬਾਹਰ ਹੀ ਨਹੀਂ ਨਿਕਲੇ। ਕੇਤਕ ਆਗੇ ਤੇ ਹਟਿਆਏ। ਤੇ ਕਈ ਤਾਂ ਕਹਿੰਦੇ ਵੀ ਐਸੀ ਖੇਡ ਵਰਤੀ ਵੀ ਜਿਹੜੇ ਉਹਨਾਂ ਜਾਦੂਗਰਨੀਆਂ ਵਾਲੇ ਨਾਲ ਗੋਲੇ ਚਲਾਏ ਸਨ, ਉਹਨਾਂ ਜੋ ਕੁਝ ਵਾਪਸ ਮੁੜ ਕੇ ਆ ਗਏ। ਲਸ਼ਕਰ ਕੇ ਜੋਧਾ ਕਨ ਗਾਏ। ਤੇ ਉਹਨਾਂ ਨੇ ਵਾਪਸ ਆ ਕੇ ਗੋਲਿਆਂ ਨੇ ਤੇ ਜਿਹੜੀ ਫੌਜ ਦੇ ਹੀ ਕਈ ਸੂਰਮੇ ਮਾਰਤੇ। ਆਪਣੀ ਚਲਾਈ ਤੋਪ ਦਾ ਗੋਲਾ ਵਾਪਸ ਆਪਣੀਆਂ ਹੀ ਫੌਜਾਂ ਦੇ ਰਾਜੇ ਦੇ ਆ ਕੇ ਲੱਗ ਗਿਆ ਤੇ ਬਹੁਤੇ ਮਾਰੇ ਗਏ। ਤਿਨਕੇ ਤੀਰ ਛੋਇਓ ਨਹਿ ਗੌਰਾ। ਤੇ ਉਹ ਜੋ ਜਾਦੂ ਕਰਨ ਵਾਲੀਆਂ ਇਸਤਰੀਆਂ, ਉਹਨਾਂ ਦੇ ਤਾਂ ਕਹਿੰਦੇ ਵੀ ਨੇੜੇ ਤਿੱਕਰ ਕੋਈ ਤੋਪ ਦਾ ਗੋਲਾ ਛੋਹ ਨਹੀਂ ਸਕਿਆ। ਸੋ ਪਿਖਾਸੇ ਮਚਾਵਤ ਸ਼ੋਰਾ। ਸੋ ਇਸ ਤਰ੍ਹਾਂ ਜਦੋਂ ਗੋਲੇ ਵਾਪਸ ਆ ਕੇ ਫੌਜ ਵਿੱਚ ਹੀ ਡਿੱਗੇ ਨਾ, ਇਹ ਵੇਖ ਕਰਕੇ ਉਹ ਇਸਤਰੀਆਂ ਬਹੁਤ ਹੱਸੀਆਂ, ਚੜਗੱਲੀਆਂ ਮਾਰਦੀਆਂ, ਸ਼ੋਰ ਮਚਾਉਂਦੀਆਂ ਹਨ। ਨਾਚਤ ਫਿਰ ਲੇਤ ਪਵਾਰੀ। ਨੱਚਦੀਆਂ ਫਿਰਦੀਆਂ ਨੇ, ਭਵਾਂਟਣੀਆਂ ਲੈਂਦੀਆਂ ਆਕਾਸ਼ ਵਿੱਚ। ਗਾਵਤ ਖੁਸ਼ੀ ਕਰਤ ਹੈ ਭਾਰੀ। ਤੇ ਬਹੁਤ ਖੁਸ਼ੀ ਦੇ ਵਿੱਚ ਗੀਤ ਗਾਉਂਦੀਆਂ ਹਨ। ਬ੍ਰਹਮ ਪੁੱਤਰ ਕੇ ਕਬ ਹੋਏ ਓਰੇ। ਕਦੇ ਦੇ ਕਹਿੰਦੇ ਬ੍ਰਹਮ ਪੁੱਤਰ ਨਦੀ ਦੇ ਉਰਲੇ ਪਾਸੇ ਆ ਜਾਂਦੀਆਂ ਹਨ। ਕਬ ਦੌਰਤ ਗਮਨਤ ਹੈ ਪਰੇ। ਤੇ ਕਦੀ ਦੌੜਦੀਆਂ ਹੁੰਦੀਆਂ ਪਰੇ ਵਾਪਸ ਆਪਣੇ ਸ਼ਹਿਰ ਦੇਸ਼ ਵਿੱਚ ਚਲੇ ਜਾਂਦੀਆਂ।
ਕੇਤਕ ਕੇ ਸਿਰ ਛੂਟੇ ਬਾਲ ਕਈਆਂ ਨੇ ਸਿਰ ਦੇ ਵਾਲ ਖਿਲਾਰੇ ਹੋਏ ਨੇ ਬਿਰਦਾ ਮਹਾਰੂਪ ਬਿਕਰਾਰ ਬਹੁਤ ਬਿਰਧ ਜਿਹਾ ਸਰੀਰ ਬਣਾ ਕੇ ਤੇ ਭਿਆਨਕ ਜਿਹਾ ਸਰੂਪ ਬਣਾ ਕੇ ਵਿਖਾ ਰਹੀਆਂ ਨੇ ਕੇਤਕ ਜੁਆ ਧਰੇ ਸ਼ਿੰਗਾਰੇ ਤੇ ਕਈਆਂ ਨੇ ਤੇ ਕਹਿੰਦੇ ਵੀ ਨੌਜਵਾਨੀ ਦੇ ਵਿੱਚ ਬਹੁਤ ਸ਼ਿੰਗਾਰ ਬਣਾ ਕੇ ਵਿਖਾਇਆ ਹੈ ਕੇਤਕ ਮੁਖ ਤੇ ਅਗਨੀ ਡਾਰੇ ਕਈ ਆਪਣੇ ਮੁਖ ਦੇ ਵਿੱਚੋਂ ਅੱਗ ਕੱਢ ਕੇ ਵਿਖਾਉਂਦੀਆਂ ਹਨ ਲਸ਼ਕਰ ਕੋ ਉੱਪਰ ਫਿਰ ਗਈ ਇਸ ਤਰ੍ਹਾਂ ਫੌਜ ਦੇ ਉੱਪਰ ਫੇਰਾ ਮਾਰ ਕੇ ਉੱਤੋਂ ਦੀ ਘੁੰਮ ਕੇ ਭਵਾਂਟਣੀਆਂ ਲੈ ਕੇ ਕਈ ਵਾਰਾਂ ਵਾਪਸ ਮੁੜ ਗਈਆਂ ਪਛੋ ਇਹਨੇ ਪੁਕਾਰਤ ਭਾਈ ਤੇ ਜਦੋਂ ਫੌਜ ਦੇ ਉੱਤੇ ਆਉਂਦੀਆਂ ਨੇ ਨਾ ਜੈਪੁਰ ਦੇ ਰਾਜੇ ਦੀ ਤਾਂ ਇਸ ਤਰ੍ਹਾਂ ਪੁਕਾਰਾਂ ਕਰਦੀਆਂ ਵੀ ਖਾ ਜਾਗੀਆਂ ਅਸੀਂ ਤੁਹਾਨੂੰ ਜੀਂਦਿਆਂ ਇਸ ਪ੍ਰਕਾਰ ਜਬ ਦੇਖਨ ਕੀ ਜਦੋਂ ਇਸ ਤਰ੍ਹਾਂ ਇਹ ਜੰਤਰ ਮੰਤਰ ਜਾਦੂਗਰਨੀਆਂ ਦਾ ਕਰਤਬ ਵੇਖਿਆ ਰਾਜੇ ਰਾਮ ਸਿੰਘ ਨੇ ਰਾਮ ਸਿੰਘ ਰਾਜਾ ਬਿਸਮਯੋ ਜੈਪੁਰ ਦਾ ਰਾਜਾ ਤੇ ਬੜਾ ਆਸ਼ਚਰਜ ਹੈਰਾਨ ਹੋ ਗਿਆ ਇਨ ਪਰ ਕੁਛ ਨਹਿ ਕੁਛ ਜਤਨ ਹਮਾਰੋ ਇਸ ਤਰ੍ਹਾਂ ਚਿੰਤਾ ਚ ਚੱਲ ਵਹਿ ਗਿਆ ਚਿੰਤਾ ਦੀ ਨਦੀ ਚ ਕਹਿੰਦਾ ਵੀ ਕਿੱਥੇ ਆ ਫਸੇ ਆ ਵੀ ਇਹ ਤਾਂ ਆਕਾਸ਼ ਵਿੱਚ ਉੱਡਦੇ ਫਿਰਦੇ ਹਨ ਇਹਨਾਂ ਦੇ ਜਾਦੂਗਰ ਇਹਨਾਂ ਤੇ ਸਾਡਾ ਕੋਈ ਵਸ ਨਹੀਂ ਚੱਲੇਗਾ ਮੰਤਰਨ ਬਲ ਤੇ ਕਰੇ ਸੰਘਾਰੋ ਆ ਕਿਉਂਕਿ ਮੰਤਰਾਂ ਦੇ ਬਲ ਦੇ ਨਾਲ ਹੀ ਇਹ ਤਾਂ ਸਾਡੀ ਫੌਜ ਨੂੰ ਖਤਮ ਕਰ ਦੇਣਗੇ ਮਾਨ ਸਿੰਘ ਨ੍ਰਿਪ ਮੋਹੇ ਪਿਤਾਮਾ ਆ ਇਸ ਤਰ੍ਹਾਂ ਰਾਜਾ ਜਿਹੜਾ ਹੈ ਨਾ ਰਾਮ ਸਿੰਘ ਸੋਚੀ ਪੈ ਗਿਆ ਵੀ ਮੇਰਾ ਜਿਹੜਾ ਦਾਦਾ ਮਾਨ ਸਿੰਘ ਸੀ ਤਿਮਹੀ ਕਰ ਭੇਜਿਓ ਜਮ ਧਾਮਾ ਆ ਕਹਿੰਦੇ ਇਹਨਾਂ ਨੇ ਇਸੇ ਤਰ੍ਹਾਂ ਹੀ ਮੰਤਰ ਜੰਤਰ ਜੇ ਕਰਕੇ ਉਹਨੂੰ ਪਾਗਲ ਕਰਕੇ ਤੇ ਮਾਰ ਕੇ ਜਮਪੁਰੀ ਭੇਜ ਦਿੱਤਾ ਵਿਜੈ ਆਸ ਅਬ ਕੈਸੇ ਕਰੋ ਆ ਕਹਿੰਦਾ ਕਿਵੇਂ ਇਹਨਾਂ ਦੇ ਅੱਗੇ ਮੈਂ ਜਿੱਤ ਦੀ ਆਸਾ ਰੱਖਾਂ ਇਹ ਤਾਂ ਜੰਤਰ ਹੀ ਮੰਤਰ ਹੀ ਬੜੇ ਜਾਣਦੇ ਹਨ ਆਸਾਮ ਵਾਲੇ ਇੱਕ ਜਤਨ ਸ਼ਰਨ ਗੁਰ ਪਰੋ ਹੁਣ ਇੱਕੋ ਹੀ ਯਤਨ ਹੈ ਵੀ ਇੱਕ ਵਾਰ ਫੇਰ ਗੁਰੂ ਤੇਗ ਬਹਾਦਰ ਸਾਹਿਬ ਦੇ ਜਾ ਕੇ ਚਰਨ ਫੜੀਏ ਕੌਤਕ ਗਨ ਇਸਤਰੀ ਨਵਸ਼ੇਖਾ ਇਸ ਤਰ੍ਹਾਂ ਬਹੁਤ ਇਸਤਰੀਆਂ ਦੇ ਸਾਧ ਸੰਗਤ ਜਦੋਂ ਕੌਤਕ ਵੇਖੇ ਹਨ ਇਹ ਜਾਦੂ ਦੇ ਇੱਕ ਦਿਨ ਬਿਸਮਤ ਨੇ ਦੇਖਾ ਕਈ ਦਿਨ ਇਸ ਤਰ੍ਹਾਂ ਉਹ ਇਸਤਰੀਆਂ ਆਉਂਦੀਆਂ ਰਹੀਆਂ ਤੇ ਆਪਣਾ ਡਰਾਵਾ ਜਿਹਾ ਮਾਰ ਕੇ ਵਾਪਸ ਚਲੇ ਜਾਂਦੀਆਂ ਭੈ ਅਰੂਢ ਕਰ ਤਬ ਮਹਿ ਪਾਲਾ ਉਸੇ ਵੇਲੇ ਫਿਰ ਰਾਜਾ ਰਾਮ ਸਿੰਘ ਘੋੜੇ ਤੇ ਅਸਵਾਰ ਹੋ ਕੇ ਸ੍ਰੀ ਸਤਿਗੁਰ ਕੋ ਮਿਲਵੇ ਚਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਮਿਲਣ ਵਾਸਤੇ ਚੱਲ ਪਿਆ ਕਿਉਂਕਿ ਸਤਿਗੁਰੂ ਪਛਾਂ ਹਟਵਾ ਉੱਚੇ ਥਾਂ ਤੇ ਠਹਿਰੇ ਹੋਏ ਸਨ ਫੌਜ ਤੋਂ ਵੱਖਰੇ ਉੱਚੋਂ ਹੋਤੋ ਦਮਦਮਾ ਦੂਰੇ ਆ ਦੂਰ ਸੀ ਥੋੜਾ ਜਿੱਥੇ ਫੌਜ ਉਤਰੀ ਆ ਦਮਦਮਾ ਮਹਾਰਾਜ ਦਾ ਅਸਥਾਨ ਉਤਰੇ ਰਹਿ ਤਹਾਂ ਗੁਰ ਪੂਰੇ ਪੂਰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਉੱਚੇ ਥਾਂ ਤੇ ਗਰੀਬ ਨਿਵਾਸ ਸਤਿਗੁਰੂ ਡੇਰਾ ਕੀਤਾ ਹੋਇਆ ਹੈ ਇੱਥੇ ਹੀ ਸਤਿਗੁਰੂ ਅਨੇਕਾਂ ਸਿੱਖਾਂ ਨੂੰ ਨਿਹਾਲ ਕਰ ਰਹੇ ਨੇ ਜੋਦਾ ਬ੍ਰਿੰਦ ਸੰਗ ਮਹੁ ਚਾਲੇ ਬਹੁਤ ਸੂਰਮੇ ਵੀ ਜੈਪੁਰ ਦੇ ਰਾਜੇ ਰਾਮ ਸਿੰਘ ਦੇ ਨਾਲ ਗੁਰਾਂ ਵੱਲ ਚੱਲ ਪਏ ਆਵਤ ਚਲਿਓ ਚਿੰਤ ਮਹਿ ਪਾਲੇ ਰਾਜਾ ਬਹੁਤ ਚਿੰਤਾ ਵਿੱਚ ਹੈ ਤੇ ਸੋਚਦਾ ਗੁਰੂ ਤੇਗ ਬਹਾਦਰ ਸਾਹਿਬ ਵੱਲ ਨੂੰ ਉਹ ਚੱਲਿਆ ਆ ਰਿਹਾ ਏ ਜਬ ਦਬਨ ਮੇ ਨਿਕਟ ਚਲੇ ਆਇਓ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਡੇਰਾ ਕੀਤਾ ਉਹਦੇ ਨੇੜੇ ਚੱਲ ਕੇ ਆ ਗਿਆ ਅਸਤੇ ਉਤਰ ਸੀਸ ਕੋ ਨਿਆਇਓ ਘੋੜੇ ਤੋਂ ਉਤਰਦੇ ਮਹਾਰਾਜ ਸਾਹਿਬ ਵੱਲ ਸਿਰ ਝੁਕਾ ਕੇ ਨਮਸਕਾਰ ਕੀਤੀ ਪਾਇਨ ਸੋ ਉੱਪਰ ਚਲ ਗਇਓ ਪੈਰਾਂ ਨਾਲ ਤੁਰ ਕੇ ਉੱਚੇ ਥਾਂ ਜਿੱਥੇ ਸਤਿਗੁਰੂ ਦਾ ਆਸਣ ਸੀ ਉੱਥੇ ਪਹੁੰਚ ਗਿਆ ਬੈਠੇ ਸਤਿਗੁਰੂ ਦੇਖਤ ਭਾਇਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਿਰਾਜਮਾਨ ਸਨ ਸਾਹਿਬਾਂ ਦੇ ਜਾ ਕੇ ਦਰਸ਼ਨ ਕੀਤੇ ਰਾਜੇ ਨੇ ਧਾਏ ਉਤਾਇਲ ਚਰਨਨ ਪਰਿਓ ਕਹਿੰਦੇ ਬੜੀ ਛੇਤੀ ਨਾਲ ਦੌੜ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਫੜ ਲਏ ਕਰ ਬੰਧਨ ਕੋ ਆਗੇ ਥਿਰਿਓ ਨਮਸਕਾਰ ਕਰਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਬੈਠ ਗਿਆ ਖੜਗ ਸਿਪਰ ਜਿਸ ਕੇ ਲਗ ਆ ਰਹੇ ਜਿਸ ਰਾਮ ਸਿੰਘ ਰਾਜੇ ਨੇ ਆਪਣੇ ਲੱਕ ਦੇ ਨਾਲ ਢਾਲਾ ਕੱਸਿਆ ਹੋਇਆ ਏ ਤੇ ਕਮਰ ਕੱਸੇ ਕਿਰਪਾਨ ਪਾਈ ਹੋਈ ਹੈ ਕੰਚਨ ਖਸ਼ਟ ਮੁਸ਼ਤ ਜਿਸ ਆਹੇ ਆ ਜਿਸ ਤੇਗ ਦਾ ਜਿਹੜਾ ਮੁੱਠਾ ਹੈ ਉਹ ਸੋਨੇ ਦੀ ਕਹਿੰਦੇ ਉਹਦੇ ਉੱਤੇ ਕੰਮ ਹੋਇਆ ਸੋਨੇ ਦੀ ਜੜਤ ਹੈ ਜਰੇ ਬੱਜਰ ਕੰਕਨ ਕਰ ਧਰੇ ਤੇ ਕੜੇ ਜਿਹੜੇ ਹਨ ਸੋਨੇ ਦੇ ਜਿਹਦੇ ਵਿੱਚ ਕਈ ਕੀਮਤੀ ਨਗ ਜੜੇ ਹੱਥਾਂ ਵਿੱਚ ਪਾਏ ਹਨ ਕੁੰਡਲ ਕਰਨਨ ਮੁਕਤਾ ਧਰੇ ਤੇ
ਕੰਨਾਂ ਦੇ ਵਿੱਚ ਮੋਤੀ ਪਹਿਨੇ ਹੋਏ ਨੇ, ਕੰਨਾਂ ਦੇ ਵਿੱਚ ਕੁੰਡਲ ਪਾਏ ਹੋਏ ਨੇ ਜਿਨ੍ਹਾਂ 'ਚ ਮੋਤੀ ਲਹਿਰਾ ਰਹੇ ਹਨ। ਜਿਗਾ ਪਾਗ ਪਰ ਦਮਗਤ ਦੀਸ, ਤੇ ਰਾਜੇ ਰਾਮ ਸਿੰਘ ਨੇ ਪੱਗ ਦੇ ਉੱਤੇ ਜਿਗਾ ਬੰਨੀ ਹੋਈ ਆ ਜੋ ਬਹੁਤ ਦਮਕਾ ਮਾਰਦੀ ਦਿਖਦੀ ਹੈ। ਹਰ ਉਤੰਗ ਕਲਗੀ ਸ਼ੁਭ ਸੀਸ, ਤੇ ਆਪਣੇ ਸਿਰ ਦੇ ਉੱਤੇ ਉੱਚੀ ਕਲਗੀ ਸਜਾਈ ਹੋਈ ਆ ਕਿਉਂਕਿ ਰਾਜੇ ਲੋਕਾਂ ਦਾ ਹੀ ਲਿਬਾਸ ਸੀ ਜਿਹੜਾ ਮਹਾਰਾਜ ਨੇ ਖਾਲਸੇ ਨੂੰ ਬਖਸ਼ਿਆ। ਵਸਤ ਸ਼ਸਤਰ ਬਹੁ ਮੋਲ ਧਰੇ, ਬਹੁਤ ਕੀਮਤੀ ਵਸਤਰ ਤੇ ਸ਼ਸਤਰ ਧਾਰਨ ਕੀਤੇ ਹੋਏ ਹਨ। ਸਤਿਗੁਰ ਸਨਮੁਖ ਬੈਠ ਬੋ ਕਰੇ, ਜਦੋਂ ਜੈਪੁਰੀ ਰਾਜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਮਣੇ ਬੈਠਾ ਕੇ ਸੇਤ ਬਸਤਰ ਗੁਰ ਕੇ ਗਰ ਜਾਮਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਿੱਟੇ ਰੰਗ ਦਾ ਚੋਲਾ ਉਸ ਵੇਲੇ ਪਹਿਨਿਆ ਹੋਇਆ ਸੀ। ਬਹੁ ਸੂਖਮ ਸ਼ੋਭਤ ਅਬਰਮ, ਬੜੇ ਸੂਖਮ ਸੂਤ ਦਾ ਬਣਿਆ ਤੇ ਬੜਾ ਸੁੰਦਰ ਫੱਬ ਰਿਹਾ ਹੈ। ਧਨੁਖ ਬਾਣ ਆਗੇ ਵੱਡ ਤੇ ਧਰਿਓ, ਜਿੱਥੇ ਪਲੰਗੇ ਦੇ ਮਹਾਰਾਜ ਬਿਰਾਜਮਾਨ ਹਨ ਸ੍ਰੀ ਸਾਹਿਬ ਤਾਂ ਗਾਤਰੇ ਪਾਈ ਹੈ। ਵੱਡਾ ਧਨੁਸ਼ ਮਹਾਰਾਜ ਨੇ ਤੀਰਾਂ ਦਾ ਪੱਥਾ ਆਪਣੇ ਅੱਗੇ ਰੱਖਿਆ ਏ। ਸੁੰਦਰ ਚਮਰ ਸੀਸ ਪਰ ਢੋਰਿਓ, ਸੋਹਣਾ ਚੌਰ ਸਾਹਿਬ ਮਹਾਰਾਜ ਦੇ ਸੀਸ ਤੇ ਝੁੱਲ ਰਿਹਾ ਸਿੱਖ ਸੇਵਾ ਕਰ ਰਹੇ ਨੇ। ਭਰੇ ਕਿਰਪਾ ਸੋ ਨੈਣ ਰਸੀਲੇ, ਤੇ ਮਹਾਰਾਜ ਦੇ ਬੜੇ ਆਨੰਦ ਦੇ ਦੇਣ ਵਾਲੇ ਨੇਤਰ ਕਿਰਪਾ ਦ੍ਰਿਸ਼ਟੀ ਨਾਲ ਭਰੇ ਹੋਏ ਹਨ ਜਿਹਦੇ ਵੱਲ ਤੱਕਦੇ ਉਹਨੂੰ ਨਿਹਾਲ ਕਰ ਦਿੰਦੇ ਨੇ। ਬ੍ਰਹਮ ਗਿਆਨ ਔਰ ਮਹਾ ਗਹੀਲੇ, ਜਿਸ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਬ੍ਰਹਮ ਦਾ ਗਿਆਨ ਹੈ, ਬਹੁਤੇ ਵੱਡੇ ਗਿਆਨੀ ਹਨ ਪਾਤਸ਼ਾਹ। ਸ਼ਰਨ ਪਰੇ ਜੋ ਸ਼ਰਧਾ ਠਾਨੀ, ਜਿਹੜਾ ਵੀ ਸਿੱਖ ਸ਼ਰਧਾ ਰੱਖ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਰਨ ਆਉਂਦਾ ਏ, ਦੋਨੋਂ ਲੋਕਨ ਕੇ ਸੁਖ ਦਾਨੀ, ਉਹਨੂੰ ਦੋਵਾਂ ਲੋਕਾਂ ਦੇ ਹੀ ਸੁਖ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ ਦਿੰਦੇ ਹਨ। ਮੁਸਕਾਵਤ ਮੁਖ ਬਾਕ ਉਚਾਰੇ, ਤੇ ਜਦੋਂ ਜੈਪੁਰ ਦਾ ਰਾਜਾ ਰਾਮ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਆਇਆ ਤਾਂ ਉਹਦੇ ਵੱਲ ਵੇਖ ਕੇ ਮੁਸਕਰਾਉਂਦਿਆਂ ਹੋਇਆ ਜਾਣੀ ਜਾਣ ਸਨ ਮਹਾਰਾਜ ਪਤਾ ਹੈ ਵੀ ਖੇਡ ਵਰਤੀ ਹੈ। ਤੇ ਮਹਾਰਾਜ ਹੱਸਦਿਆਂ ਹੋਇਆਂ ਕਹਿਣ ਲੱਗੇ, ਰਾਮ ਸਿੰਘ ਕਹੋ ਕੁਸ਼ਲ ਤੁਮਾਰੇ, ਮਹਾਰਾਜ ਸਾਹਿਬ ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਰਾਜੇ ਰਾਮ ਸਿੰਘ ਨੂੰ ਵੀ ਰਾਮ ਸਿੰਘ ਖੈਰ ਸੁਖ ਤਾਂ ਹੈ ਬੜਾ, ਕਹਿੰਦੇ ਵੀ ਹੋਰ ਹੀ ਤਰ੍ਹਾਂ ਦਾ ਤੇਰਾ ਚਿਹਰਾ ਜਿਹਾ ਉਤਰਿਆ ਹੋਇਆ ਏ। ਹੱਥ ਜੋੜ ਬੋਲਿਓ ਨ੍ਰਿਪ ਭਾਰੀ, ਜਦੋਂ ਸਤਿਗੁਰਾਂ ਨੇ ਹਾਲ ਚਾਲ ਪੁੱਛਿਆ ਤਾਂ ਹੱਥ ਜੋੜ ਕਰਕੇ ਰਾਜਾ ਜਿਹੜਾ ਬਹੁਤ ਸੂਰਮਾ ਸੀ ਮਹਾਰਾਜ ਨੂੰ ਕਹਿਣ ਲੱਗਾ, ਰੱਬ ਜੀ ਸਭ ਸੁਖ ਕਿਰਪਾ ਤੁਮਾਰੀ, ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਤਾਂ ਸਾਰੇ ਸੁਖ ਹੁਣ ਤੀਕਰ ਹੈ ਗਈ ਹੈ, ਸੁਖ ਖੈਰ ਤਾਂ ਬਣੀ ਹੋਈ ਹੈ। ਦੇਸ਼ ਕਾਮਰੂ ਮੰਤਰ ਕਰਾਲਾ, ਪਰ ਫੇਰ ਵੀ ਮਹਾਰਾਜ ਬੜਾ ਡਰ ਲੱਗ ਰਿਹਾ ਏ। ਜਿਹੜਾ ਕਾਮ ਰੂਪ ਦੇਸ਼ ਹੈ ਜਿੱਥੇ ਆਸਾਮ ਤੇ ਚੜ੍ਹਾਈ ਕਰਕੇ ਆ ਗਏ, ਇਹ ਤਾਂ ਮਹਾਰਾਜ ਬੜੇ ਹੀ ਭਿਆਨਕ ਮੰਤਰਾਂ ਵਾਲੇ ਲੋਕ ਹਨ ਇੱਥੋਂ ਦੇ। ਦੇਖ ਦੇਖ ਮਨ ਬਿਸਮ ਬਿਸਾਲਾ, ਇਹਨਾਂ ਦੇ ਮੰਤਰ ਵੇਖ ਵੇਖ ਕੇ ਮਹਾਰਾਜ ਬੜਾ ਮਨ ਨੂੰ ਹੈਰਾਨੀ ਪਰੇਸ਼ਾਨੀ ਹੁੰਦੀ ਹੈ। ਇਸਤਰੀ ਗਨ ਲਸ਼ਕਰ ਟਿਕਿਆ, ਮਹਾਰਾਜ ਕਈ ਦਿਨ ਹੋ ਗਏ ਆ ਔਰਤਾਂ ਆਉਂਦੀਆਂ ਨੇ ਆਕਾਸ਼ ਵਿੱਚ ਉੱਡਦੀਆਂ ਫੌਜ ਦੇ ਪਾਸ, ਕਰਨਾ ਮਨ ਕੋ ਭਟਨ ਡਰਾਵਤ, ਆਪਣੇ ਜਾਦੂ ਟੂਣੇ ਜੇ ਕਰਕੇ ਤੇ ਮੇਰੀ ਫੌਜ ਦੇ ਸੂਰਮਿਆਂ ਨੂੰ ਡਰ ਦਿੰਦੀਆਂ ਨੇ। ਸਭਨ ਕੇ ਔਰ ਧੀਰਜ ਹਾਰੀ, ਸਤਿਗੁਰੂ ਜੀ ਇਹ ਵੇਖ ਕੇ ਸਾਡੀ ਫੌਜ ਦੇ ਸਾਰੇ ਸੂਰਮਿਆਂ ਨੇ ਤਾਂ ਹੌਸਲਾ ਹਾਰਤਾ ਵੀ ਅਸੀਂ ਨਹੀਂ ਜਿੱਤ ਸਕਦੇ ਇੱਥੇ ਹੁਣ, ਤਿਨ ਪਰ ਚਲਤਨ ਕੋ ਉਪਚਾਰੀ, ਕਿਉਂਕਿ ਸਾਡਾ ਤਾਂ ਕੋਈ ਯਤਨ ਉਹਨਾਂ ਜਾਦੂਗਰਨੀਆਂ ਦੇ ਉੱਤੇ ਚੱਲਦਾ ਨਹੀਂ। ਤੋਪ ਤੁਪ ਕਜੈ ਜਾਲ ਚਲਾ, ਛੋਟੀਆਂ ਵੱਡੀਆਂ ਤੋਪਾਂ ਤੇ ਮਹਾਰਾਜ ਬੰਦੂਕਾਂ ਉਹਨਾਂ ਵੱਲ ਕੱਸ ਕੇ ਚਲਾਉਨੇ ਆ ਵੀ ਮਾਰ ਦਿਆਂਗੇ। ਉਲਟੇ ਆਏ ਹਮਰੇ ਭਟਕਾਵੇਂ, ਪਰ ਉਹ ਉਲਟ ਕੇ ਸਾਡੇ ਹੀ ਮਹਾਰਾਜ ਸੂਰਮੇ ਮਾਰੇ ਜਾ ਰਹੇ ਨੇ ਉਹਨਾਂ ਤੋਪਾਂ ਦੇ ਗੋਲਿਆਂ ਨਾਲ। ਉਹ ਜਾਦੂਗਰਨੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ। ਬ੍ਰਿਸ਼ ਉਡਾਵਤ ਭੀਤ ਭਜਾਵੇਂ, ਮਹਾਰਾਜ ਕੋਈ ਦਰਖਤਾਂ ਦੇ ਚੜੀ ਉਡਾਉਂਦੀ, ਕੋਈ ਕੰਧਾਂ ਨੂੰ ਉਡਾਉਂਦੀ ਆ ਰਹੀ ਹੈ। ਮੁਖ ਤੇ ਅਗਨ ਲਾਟ ਨਿਕਸਾਵੇਂ, ਕੋਈ ਮੂੰਹ ਦੇ ਵਿੱਚੋਂ ਅੱਗ ਦੀਆਂ ਲਾਟਾਂ ਕੱਢਦੀ ਆਉਂਦੀ ਹੈ। ਕਹੀ ਨਾ ਜਾਏ ਨਿਕਟ ਨਹਿ ਆਵੇਂ, ਮਹਾਰਾਜ ਜੀ ਉੱਪਰ ਫਿਰਦੀਆਂ ਨੇ, ਯਤਨ ਕੀਤਿਆਂ ਫੜੀਆਂ ਨਹੀਂ ਜਾਂਦੀਆਂ, ਨੇੜੇ ਕਿਸੇ ਦੇ ਢੁਕਦੀਆਂ ਨਹੀਂ ਹਨ। ਲਸ਼ਕਰ ਕੇ ਉਪਰ ਫਿਰ ਜਾਵੇਂ, ਆ ਫੌਜ ਦੇ ਉੱਤੇ ਗੇੜਾ ਮਾਰ ਜਾਂਦੀਆਂ ਨੇ, ਇੰਨੇ ਨਾਲ ਹੀ ਮੇਰੀ ਫੌਜ ਸਾਰੀ ਡਰ ਜਾਂਦੀ। ਡਰਿਆ ਤਾਂ ਮੈਂ ਵੀ ਆ ਮਹਾਰਾਜ। ਸਭ ਜੋਧਾ ਬਿਸਮਤ ਚਿਤ ਹੋਏ, ਆ ਸਾਰੇ ਸੂਰਮੇ ਬੜੇ ਹੈਰਾਨ ਚਿੱਤ ਨੇ ਵੀ ਅਸੀਂ ਦੱਸੋ ਹੁਣ ਕੀ ਕਰੀਏ। ਇੱਥੇ ਸ਼ਸਤਰ ਵਿਦਿਆ ਤਾਂ ਸਿੱਖੀ ਹੈ,
ਆ ਜਾਦੂ ਟੂਣਿਆਂ ਵਾਲਿਆਂ ਨਾਲ ਕਿਵੇਂ ਲੜਾਂਗੇ। ਡਰਤ ਰਹਿਤ ਬਸ ਚਲਤ ਨ ਕੋਇ। ਇਵੇਂ ਮਹਾਰਾਜ ਕਈ ਦਿਨ ਹੋ ਗਏ ਨੇ ਫੌਜ ਡਰਦੀ ਰਹਿੰਦੀ ਹੈ, ਬਸ ਕੋਈ ਸਾਡਾ ਚੱਲ ਨਹੀਂ ਰਿਹਾ। ਮੈਂ ਤੁਮਰੇ ਪਰ ਕਰ ਵਿਸ਼ਵਾਸ। ਇਹ ਤਾਂ ਮਹਾਰਾਜ ਮੈਂ ਤੁਹਾਡੇ ਤੇ ਭਰੋਸਾ ਰੱਖ ਕੇ ਚੜ੍ਹ ਆਇਓ ਧਰ ਚਰਨਨ ਆਸ। ਤੁਹਾਡੇ ਹੀ ਚਰਨਾਂ ਦੀ ਆਸ ਲੈ ਕੇ ਆਸਾਮ ਤੇ ਮਹਾਰਾਜ ਚੜ੍ਹਾਈ ਕਰਕੇ ਆਇਆ ਹਾਂ। ਨਹੀਂ ਤਾਂ ਮੋਤੇ ਕਿਮ ਬਨ ਆਏ। ਨਹੀਂ ਤੇ ਮੇਰੇ ਕੋ ਮਹਾਰਾਜ ਇੰਨੀ ਹਿੰਮਤ ਨਹੀਂ ਸੀ ਵੀ ਮੈਂ ਇੱਥੇ ਕੁਝ ਆ ਕੇ ਕਰ ਸਕਦਾ। ਇਹ ਤਾਂ ਤੁਹਾਡਾ ਭਰੋਸਾ ਜਿਹਾ ਹੋਇਆ ਤਾਂ ਚੜ੍ਹਾਈ ਕੀਤੀ ਆਸਾਮ ਤੇ। ਮਾਨ ਸਿੰਘ ਜੀ ਜਹ ਪਚ ਜਾਵੇਂ। ਜਿੱਥੇ ਮਹਾਰਾਜ ਮੇਰੇ ਦਾਦੇ ਮਾਨ ਸਿੰਘ ਵਰਗੇ ਵੀ ਪਜ ਪੁੱਜ ਗਏ, ਨਾਸ ਹੋ ਗਏ, ਉਧਰ ਨੂੰ ਮੈਂ ਕਿੱਥੇ ਆ ਸਕਦਾ ਸੀ ਜੰਗ ਕਰਨ। ਕਾਰਜ ਕਰਨ ਬਨਹਿ ਅਬ ਕੈਸੇ। ਹੁਣ ਦੱਸੋ ਪਾਤਸ਼ਾਹ, ਇਹ ਤਾਂ ਜਾਦੂ ਬੜੇ ਕਰਦੇ ਨੇ, ਜੰਗ ਜਿੱਤਣ ਦਾ ਕਾਰਜ ਕਿਵੇਂ ਹੁਣ ਬਣ ਸਕਦਾ ਨਿਕਟ ਏ। ਆਪ ਕੇ ਬੂਝੋਂ ਤੈਸੇ। ਮੈਂ ਤੁਹਾਡੇ ਕੋਲ ਤਾਂ ਆਇਆ ਹਾਂ ਵੀ ਪੁੱਛਾਂ, ਆਪ ਦੱਸੋ ਵੀ ਕੀ ਕਰੀਏ ਹੁਣ ਅਸੀਂ। ਚਿਰਕਾਲ ਬੀਤਾ ਇਤਿ ਆਏ। ਸਾਨੂੰ ਮਹਾਰਾਜ ਸਮਾਂ ਵੀ ਬਥੇਰਾ ਹੋ ਗਿਆ ਇੱਥੇ ਆਸਾਮ ਦੇ ਬਾਰਡਰ ਤੇ ਬੈਠਿਆਂ ਨੂੰ, ਸੀਮਾ ਤੇ। ਡੇਰਾ ਬ੍ਰਹਮਪੁੱਤਰ ਤਟ ਛਾਏ। ਬ੍ਰਹਮਪੁੱਤਰ ਨਦੀ ਦੇ ਕਿਨਾਰੇ ਤੇ ਡੇਰਾ ਕੀਤਾ ਹੈ। ਕਈ ਦਿਨ ਹੋ ਗਏ ਨੇ ਆਪ ਜੀ ਦੇ ਹੁਕਮ ਦੀ ਉਡੀਕ ਕਰ ਰਹੇ ਹਾਂ। ਤਿਨ ਪਰ ਜੋਰ ਪਰਿਓ ਨਹਿ ਕੋ। ਇਹ ਮਹਾਰਾਜ ਸਾਹਿਬ ਸਾਡਾ ਜ਼ੋਰ ਕੋਈ ਪਿਆ ਨਹੀਂ ਹੈ, ਮਹੀਨੇ ਬੱਧੀ ਸਮਾਂ ਹੋ ਗਿਆ, ਪਰ ਅਸਾਮ ਦੀਆਂ ਫੌਜਾਂ ਤੇ ਉਹਨਾਂ ਲੋਕਾਂ ਦੇ ਸਾਡਾ ਬਲ ਨਹੀਂ ਪੈ ਰਿਹਾ। ਪ੍ਰਭ ਜੀ ਮਿਲੇ ਆਏ ਕਿਮ ਸੋ। ਇਹ ਮਹਾਰਾਜ ਦੱਸੋ ਵੀ ਕਿਵੇਂ ਸਾਡਾ ਜ਼ੋਰ ਪਵੇ, ਕਿਵੇਂ ਸਾਡਾ ਡਰ ਪ੍ਰਭਾਵ ਮੰਨ ਕੇ ਜਿਹੜਾ ਅਸਾਮ ਦਾ ਰਾਜਾ ਹੈ ਉਹ ਮਹਾਰਾਜ ਕਿਵੇਂ ਆ ਕੇ ਸਾਡੀ ਸ਼ਰਨ ਪਾਊਗਾ, ਕਿਵੇਂ ਸਾਨੂੰ ਮਿਲੇਗਾ, ਸਾਡੀ ਈਨ ਕਿਵੇਂ ਮੰਨੇਗਾ। ਇਸ ਦਿਨ ਇਹ ਚਿੰਤਾ ਚਿਤ ਮੇਰੇ। ਇਵੇਂ ਰਾਮ ਸਿੰਘ ਮਹਾਰਾਜ ਨੂੰ ਕਹਿੰਦਾ, ਸਾਹਿਬ ਜੀ ਕਿਵੇਂ ਗੱਲ ਬਣੂਗੀ ਹੁਣ, ਜ਼ੋਰ ਤਾਂ ਕੋਈ ਚੱਲਦਾ ਨਹੀਂ ਹੈ, ਕਈ ਦਿਨ ਹੋ ਗਏ ਨੇ ਇੱਥੇ ਬੈਠਿਆਂ, ਤੇ ਕਿਸ ਢੰਗ ਦੇ ਨਾਲ ਮਹਾਰਾਜ ਸਾਹਿਬ ਜੀ ਉਹ ਅਸਾਮ ਦਾ ਰਾਜਾ ਸਾਡੀ ਸ਼ਰਨ ਪਾਊਗਾ, ਈਨ ਮੰਨੂਗਾ। ਇਹ ਰਾਤ ਦਿਨ ਮੇਰੇ ਮਨ ਵਿੱਚ ਬਹੁਤ ਚਿੰਤਾ ਰਹਿੰਦੀ ਹੈ ਸਤਿਗੁਰੂ ਜੀ। ਸਾਧੋਂ ਦੇਸ਼ ਉਪਾਏ ਨਾ ਹੇਰੇ। ਮੈਨੂੰ ਤਾਂ ਕੋਈ ਇਹੋ ਜਿਹਾ ਹੀਲਾ ਵਸੀਲਾ ਦਿਖਦਾ ਨਹੀਂ ਜਿਹਦੇ ਨਾਲ ਮੈਂ ਅਸਾਮ ਦੇਸ਼ ਨੂੰ ਸਾਧ ਲਵਾਂ, ਜਿੱਤ ਲਵਾਂ। ਇੱਕ ਯਤਨ ਮੈਂ ਡਿੱਢ ਕਰ ਰੱਖਿਓ। ਬਸ ਇੱਕ ਹੀ ਹੈ ਯਤਨ ਹੁਣ ਮੇ ਜਿਹੜਾ ਦ੍ਰਿੜ ਕਰਕੇ ਰੱਖਿਆ ਹੈ। ਰਾਵਰ ਚਰਨ ਸ਼ਰਨ ਅਬਲਾਖੇ। ਉਹ ਇਹ ਆ ਵੀ ਤੁਹਾਡੇ ਚਰਨਾਂ ਦੀ ਸ਼ਰਨ ਦੀ ਅਬਲਾਖਾ ਹੀ ਹੈ, ਤੁਹਾਡੇ ਚਰਨਾਂ ਦਾ ਹੀ ਮਹਾਰਾਜ ਇੱਕੋ ਆਸਰਾ, ਹੋਰ ਤਾਂ ਕੋਈ ਯਤਨ ਨਹੀਂ ਹੈ। ਮਾਹੇ ਗਹੇ ਕੀ ਲਾਜ ਵਿਚਾਰ। ਆਪ ਕਿਰਪਾ ਕਰਕੇ ਸ਼ਰਨ ਪਿਆਂ ਦੀ ਮਹਾਰਾਜ ਸਾਡੀ ਲਾਜ ਵਿਚਾਰ ਨਾ ਕਰੋ। ਬਾਹੇ ਗਹੇ ਕੀ ਬਾਹ ਫੜੀ ਹੈ ਮਹਾਰਾਜ ਜੇ ਹੁਣ ਸਤਿਗੁਰੂ ਜੀ ਸਾਡੀ ਲੱਜਾ ਰੱਖੋ। ਚਿੰਤਾ ਸਲਤਾ ਪਰ ਉਤਾਰੋ। ਚਿੰਤਾ ਦੀ ਨਦੀ ਵਿੱਚ ਮੈਂ ਤਾਂ ਰੋਜ਼ ਹੀ ਰਾਤ ਦਿਨ ਡੁੱਬ ਰਿਹਾ, ਮੈਨੂੰ ਬਾਹੋਂ ਫੜ ਕੇ ਪਾਰ ਕੱਢ ਲਵੋ। ਸੁਣ ਕਰ ਸਤਿਗੁਰ ਨਿਰਪ ਬਚ ਭੀਰ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੈਪੁਰ ਦੇ ਰਾਜੇ ਦੇ ਕਾਇਰਤਾ ਭਰੇ ਬਚਨ ਸੁਣੇ ਵੀ ਮੇਰਾ ਤਾਂ ਮਹਾਰਾਜ ਹੌਸਲਾ ਹੀ ਨਹੀਂ ਰਿਹਾ ਹੁਣ। ਛੇ ਮੁਖ ਤੇ ਕਹੇ ਦੀਨ ਸਤੀਰ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਹੜੇ ਆਪ ਵੀ ਸੂਰਬੀਰ ਬਹਾਦਰ ਨੇ, ਧੀਰਜ ਦੇ ਬਚਨ ਧੀਰਜ ਦੇਣ ਵਾਸਤੇ ਮਹਾਰਾਜ ਨੇ ਮੁਖੋਂ ਬਚਨ ਕਹੇ। ਦੋਹਰਾ ਰਾਮ ਸਿੰਘ ਤੇ ਸੁਨ ਗੁਰੂ। ਰਾਜੇ ਰਾਮ ਸਿੰਘ ਕੋਲੋਂ ਸੁਣ ਕੇ ਨਾਵੇਂ ਪਾਤਸ਼ਾਹ ਨੇ ਛੇ ਮੁਖ ਤੇ ਫਰਮਾਏ। ਆਪਣੇ ਸੁਭਾਸ ਦੇ ਸਹਿਤ ਮੁਖਾਰਬਿੰਦ ਤੋਂ ਬਚਨ ਕੀਤਾ। ਮਤ ਚਿੰਤਾ ਚਿਤ ਕੀਜੀਏ। ਮਹਾਰਾਜ ਕਹਿੰਦੇ ਆ ਰਾਜਾ ਚਿੰਤਾ ਨਾ ਕਰ ਤੂੰ, ਹੋਏ ਰਘਬੀਰ ਸਹਾਈ। ਅਕਾਲ ਪੁਰਖ ਵਾਹਿਗੁਰੂ ਸਹਾਈ ਹੋਣਗੇ, ਭਰੋਸਾ ਰੱਖ। ਚਾਉ ਪਈ ਨਹੀਂ ਮਾਨਤੇ ਜੋ ਬਨ ਆਇਓ। ਇਹਨੇ ਕਿਹਾ ਸੀ ਨਾ ਵੀ ਮੇਰੇ ਦਾਦੇ ਮਾਨ ਸਿੰਘ ਕੋ ਮਹਾਰਾਜ ਇਹ ਕੰਮ ਨਹੀਂ ਹੋਇਆ ਤੇ ਮੈਂ ਕੀ ਕਰੂੰਗਾ। ਤਾਂ ਸਾਹਿਬ ਕਹਿੰਦੇ ਰਾਜਨ ਜਿਹੜਾ ਮਾਨ ਸਿੰਘ ਤੇਰੇ ਦਾਦੇ ਕੋ ਜੰਗ ਜਿੱਤਣ ਦਾ ਕੰਮ ਨਹੀਂ ਹੋ ਸਕਿਆ, ਮਹਾ ਕਠਨ ਹੈ ਤੋਹੇ ਬਤਾਏ। ਆ ਜਿਵੇਂ ਤੂੰ ਕਹਿਣਾ ਵੀ ਅਸਾਮ ਨੂੰ ਜਿੱਤਣਾ ਬੜਾ ਔਖਾ ਹੈ, ਤਾਂ ਜਾਦੂ ਟੂਣੇ ਜਾਣਦੇ ਹਨ। ਸੋ ਕਾਰਜ ਤੂੰ ਕਰਹਿ ਬਣਾਏ। ਪਾਤਸ਼ਾਹ ਕਹਿੰਦੇ ਤੂੰ ਹੌਸਲਾ ਰੱਖ, ਜਿਹੜਾ ਕੰਮ ਤੇਰਾ ਦਾਦਾ ਨਹੀਂ ਕਰ ਸਕਿਆ ਉਹ ਤੂੰ ਕਰਕੇ ਬਣਾ ਸਕਦਾ ਏ। ਵਿਜੈ ਕਾਮਰੂ ਕੀ ਹੋਇ ਜਾਏ। ਜੇ ਹੌਸਲਾ ਰੱਖੇਗਾ, ਪਰਮੇਸ਼ਰ ਦੇ ਭਰੋਸਾ ਰੱਖੇਗਾ, ਤਾਂ ਅਸਾਮ ਦੇ ਉੱਤੇ ਤੇਰੀ ਜਿੱਤ ਹੋ ਜਾਵੇਗੀ। ਸ੍ਰੀ ਨਾਨਕ ਕੋ ਮਹਿਦ ਪ੍ਰਤਾਪ। ਧੰਨ ਗੁਰੂ ਨਾਨਕ ਦੇਵ ਸਾਹਿਬ ਜਿਨ੍ਹਾਂ ਦੇ ਦਰ ਦਾ ਤੂੰ ਆਸਰਾ ਲਿਆ, ਉਹਨਾਂ ਦਾ ਬੜਾ ਵੱਡਾ ਤੇਜ ਪ੍ਰਤਾਪ ਹੈ। ਇਸ
ਤੇ ਜਸ ਲੈ ਹੈ ਬਹੁ ਆਪੋ। ਕਿਰਪਾ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਰਨੀ ਹੈ, ਪਰ ਜਸ ਤੈਨੂੰ ਮਿਲੂਗਾ ਵੀ ਇਹ ਜਿਹੜਾ ਰਾਮ ਸਿੰਘ ਰਾਜਾ ਹੈ ਵੀ ਇਹਨੇ ਅਸਾਮ ਜਿੱਤ ਲਿਆ। ਸਾਹਿਬ ਕਹਿੰਦੇ ਭਰੋਸਾ ਰੱਖ, ਰਹਿਮਤ ਗੁਰੂ ਦੀ ਵਰਤਣੀ ਹੈ ਪਰ ਵਡਿਆਈ ਤੈਨੂੰ ਮਿਲੇਗੀ। ਸੁਖ ਕੇ ਸਹਿਤ ਸਦਨ ਮਹਿ ਮਿਲ ਹੈ। ਆ ਸੁਖ ਦੇ ਨਾਲ ਆਪਣੇ ਘਰੇ ਜਾ ਕੇ ਆਪਣੀ ਮਾਤਾ ਨੂੰ, ਰਾਣੀਆਂ ਪਟਰਾਣੀਆਂ ਨੂੰ ਮਿਲੇਗਾ। ਰਹਿ ਕੇ ਤਿਕ ਦਿਨ ਮਹਿ ਪੁਨ ਚੱਲ ਹੈ। ਆ ਕੁਝ ਕੁ ਦੇਣੀ ਮਹਾਰਾਜ ਕਹਿੰਦੇ ਹੌਸਲਾ ਰੱਖ, ਫਿਰ ਵਾਪਸ ਚੱਲਾਂਗੇ ਇੱਥੋਂ ਜੰਗ ਜਿੱਤ ਕੇ। ਆਪਕੇ ਇਸਤਰੀ ਟਾਮਨ ਆ ਹੈ। ਇਸ ਤਰ੍ਹਾਂ ਕਰ ਵੀ ਜਿੰਨਾ ਇਸਤਰੀਆਂ ਜਾਦੂਗਰਨੀਆਂ ਦਾ ਤੁਹਾਨੂੰ ਡਰ ਪਿਆ, ਸਾਹਿਬ ਕਹਿੰਦੇ ਜਦੋਂ ਹੁਣ ਇਸ ਵਾਰ ਉਹ ਜੋ ਜਾਦੂਗਰਨੀਆਂ ਆਉਣ ਕਿਤੇ, ਜਬ ਆਵਹਿ ਲਸ਼ਕਰ ਦਿਸ਼ ਸਾਰੀ। ਆ ਜਦੋਂ ਸਾਰੀਆਂ ਚੱਲ ਕੇ ਤੇ ਫੌਜ ਵੱਲ ਨੂੰ ਗੇੜਾ ਮਾਰਨ, ਤੁਹਾਨੂੰ ਜਾਦੂ ਟੂਣਿਆਂ ਦੇ ਮੰਤਰਾਂ ਦੇ ਬਲ ਦੇ ਨਾਲ ਡਰ ਦੇਣ। ਤਤ ਛਿਨ ਸੁਧ ਹਮ ਨਿਕਟ ਪੁਚਾਵ। ਮਹਾਰਾਜ ਕਹਿੰਦੇ ਤੁਸੀਂ ਹੋਰ ਕੁਝ ਨਹੀਂ ਕਰਨਾ, ਬੈ ਝਾਟੀ ਸਾਨੂੰ ਖਬਰ ਦੇ ਦੇਣੀ ਹੈ ਵੀ ਜਾਦੂਗਰਨੀਆਂ ਆਈਆਂ ਹਨ। ਬੇਗ ਤੋ ਰੰਗ ਸੌਰ ਟੁੜਾਵ। ਆ ਇਹੋ ਜਿਹਾ ਘੋੜਾ ਜਿਹੜਾ ਤੇਜ਼ ਚੱਲੇ, ਸਵਾਰ ਨੂੰ ਸਾਨੂੰ ਸੁਨੇਹਾ ਦੇਣ ਲਈ ਭੇਜ ਦਿਓ, ਬਸ ਖਬਰ ਇੱਕ ਵਾਰ ਨਾਵੇਂ ਪਾਤਸ਼ਾਹ ਕਹਿੰਦੇ ਸਾਨੂੰ ਦੇ ਦਿਓ। ਹਮ ਦੇਖੇ ਪੁਨ ਸਕਤ ਨ ਰਹਿ। ਆ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ, ਜਦੋਂ ਅਸੀਂ ਉਹਨਾਂ ਵੱਲ ਵੇਖਾਂਗੇ ਤਾਂ ਉਹਨਾਂ ਦੇ ਸਰੀਰ 'ਚ ਕੋਈ ਸ਼ਕਤੀ ਨਹੀਂ ਰਹੇਗੀ। ਸੋਸ਼ੀ ਹੋਏ ਤਿਸੀ ਥਲ ਬਹਿ। ਆ ਖਾਲੀ ਹੋ ਜਾਣਗੀਆਂ ਸ਼ਕਤੀ ਤੋਂ, ਜਿੱਥੇ ਹੋਣਗੀਆਂ ਉੱਥੇ ਹੀ ਬਹਿ ਜਾਣਗੀਆਂ, ਡਿੱਗ ਜਾਣਗੀਆਂ। ਹਿਰਦੇ ਸੰਦੇਹ ਨ ਕੀਜਹਿ ਕਦਾ। ਇਸ ਕਰਕੇ ਇਹ ਰਾਜਾ ਰਾਮ ਸਿੰਘ ਜੇ ਗੁਰੂ ਦਾ ਆਸਰਾ ਲਿਆ ਤਾਂ ਦਿਲ ਵਿੱਚ ਸ਼ੰਕਾ ਨਾ ਕਰਿਆ ਕਰ, ਭਰੋਸਾ ਦ੍ਰਿੜ ਰੱਖ। ਕਰੋ ਆਨੰਦ ਬਿਲੰਦੈ ਸਦਾ ਸਦਾ। ਆਨੰਦ ਵਿੱਚ ਚੜ੍ਹਦੀ ਕਲਾ ਵਿੱਚ ਰਿਹਾ ਕਰ। ਸੁਨ ਸਤਿਗੁਰ ਕੇ ਬਾਕ ਸੁਹਾਏ। ਮਹਾਰਾਜ ਸਾਹਿਬ ਜੀ ਦੇ ਸੋਹਣੇ ਹੌਸਲਾ ਦੇਣ ਵਾਲੇ ਬਚਨ ਸੁਣ ਕੇ ਰਾਮ ਸਿੰਘ ਬਹਿਓ ਪਰਵਾਹ ਤਰੀ ਜਨ ਪਾਏ। ਕਹਿੰਦੇ ਵੀ ਇਹ ਬਹੁਤ ਖੁਸ਼ ਹੋਇਆ। ਇਸ ਤਰ੍ਹਾਂ ਇਹਨੂੰ ਖੁਸ਼ੀ ਮਿਲੀ ਵੀ ਜਿਵੇਂ ਕੋਈ ਰੁੜਦਾ ਜਾ ਰਿਹਾ ਹੋਵੇ ਪਾਣੀ 'ਚ ਤਾਂ ਉਹਨੂੰ ਬਚਣ ਵਾਸਤੇ ਬੇੜੀ ਦਾ ਸਹਾਰਾ ਮਿਲ ਜਾਵੇ। ਹਰਖ ਭਰਿਓ ਔਰ ਭੂਪ ਉਦਾਰੇ। ਇਸੇ ਤਰ੍ਹਾਂ ਜਿਹੜਾ ਰਾਜਾ ਚਿੰਤਾ ਦੀ ਨਦੀ ਵਿੱਚ ਮਾਨੋ ਰੁੜਦਾ ਜਾ ਰਿਹਾ ਸੀ, ਗੁਰਾਂ ਦਾ ਬਚਨ ਸੁਣ ਕੇ ਬਹੁਤਾ ਖੁਸ਼ ਹੋ ਗਿਆ। ਮਨੋ ਕਲਪਤਰ ਲਹਿਓ ਸੁਖਾਰੇ। ਮਾਨੋ ਵੀ ਇਹਨੂੰ ਕੋਈ ਸੁਖ ਦੇ ਦੇਣ ਵਾਲਾ ਕਲਪਤਰ ਬ੍ਰਿਸ਼ ਮਿਲ ਗਿਆ ਹੋਵੇ। ਜਗ ਮੈਂ ਸੁਜਸ ਮੋਏ ਹਵੇ ਐਸੇ। ਇਹ ਮਹਾਰਾਜ ਦੇ ਬਚਨ ਸੁਣ ਕੇ ਤੇ ਸੋਚਦਾ ਵੀ ਜਗਤ ਵਿੱਚ ਮੇਰਾ ਜਸ ਹੋਏਗਾ, ਮੇਰੀ ਇਸ ਤਰ੍ਹਾਂ ਵਡਿਆਈ ਹੋਵੇਗੀ। ਭੂਪਤ ਮਾਨ ਨ ਪਾਇਓ ਜੈਸੇ। ਜਿਹੋ ਜਿਹਾ ਮਾਣ ਸਤਕਾਰ ਰਾਜੇ ਮਾਨ ਸਿੰਘ ਮੇਰੇ ਦਾਦੇ ਨੇ ਵੀ ਨਹੀਂ ਸੀ ਪਾਇਆ, ਉਹ ਜਸ ਮੈਨੂੰ ਮਿਲੇਗਾ, ਗੁਰੂ ਸਾਹਿਬ ਕਹਿੰਦੇ ਹਨ। ਹਾਥ ਜੋਰ ਕਰ ਪਗ ਪਰ ਨਮੋ। ਮਹਾਰਾਜ ਸਾਹਿਬ ਦੇ ਬਚਨ ਸੁਣ ਕੇ ਤੇ ਹੌਸਲਾ ਆਇਆ ਹੈ ਤੇ ਹੱਥ ਜੋੜ ਕੇ ਗੁਰਾਂ ਨੂੰ ਨਮਸਕਾਰ ਕੀਤੀ। ਆਇਸ ਪਾਏ ਗਇਓ ਤਿਹ ਸਮੋ। ਗੁਰਾਂ ਦੀ ਆਗਿਆ ਲੈ ਕੇ ਫਿਰ ਆਪਣੀ ਫੌਜ ਦੇ ਵਿੱਚ ਮੋਰਚੇ ਬੰਦੀ ਵਿੱਚ ਚਲਾ ਗਿਆ ਰਾਮ ਸਿੰਘ ਰਾਜਾ। ਸਭ ਲਸ਼ਕਰ ਕੋ ਧੀਰਜ ਦੀਨਾ। ਜਾ ਕੇ ਸਾਰੀ ਫੌਜ ਨੂੰ ਹੌਸਲਾ ਦਿੱਤਾ, ਹੱਲਾ ਸ਼ੇਰੀ ਦਿੱਤੀ। ਰਹੋ ਸੁਚੇਤ ਤਰਾਸ ਕਰ ਸ਼ੀਨਾ। ਕਹਿੰਦੇ ਵੀ ਡਰ ਨਾ ਕਰੋ, ਬਸ ਇੰਨਾ ਹੈ ਵੀ ਸਾਵਧਾਨ ਹੋ ਕੇ ਰਹੋ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਡਰਨ ਦੀ ਨਹੀਂ ਲੋੜ ਤੁਹਾਨੂੰ। ਇਸਤਰੀ ਜਬ ਆਵੇ ਤਬ ਦੇਖੋ। ਮਹਾਰਾਜ ਦਾ ਹੁਕਮ ਹੈ ਵੀ ਜਦੋਂ ਹੁਣ ਇਸਤਰੀਆਂ ਤੁਸੀਂ ਜਾਦੂਗਰਨੀਆਂ ਆਉਂਦੀਆਂ ਵੇਖੋ ਆਪਣੇ ਵੱਲ। ਕਾਲ ਕਾਲ ਸੁਧ ਦੇਹੋ ਪਰੇਖੋ। ਉਸੇ ਵੇਲੇ ਪਰਖ ਕੇ ਚੰਗੀ ਤਰ੍ਹਾਂ ਵੇਖ ਕੇ ਜਾਦੂਗਰਨੀਆਂ ਆਉਂਦੀਆਂ ਤਾਂ ਝਾਟੀ ਮੈਨੂੰ ਖਬਰ ਦੇਣੀ ਹੈ। ਗਏ ਤਿਨੋਂ ਕੋ ਜਾਨ ਨ ਦੇ ਹੈ। ਹਾਂ, ਇਸ ਤਰ੍ਹਾਂ ਰਾਮ ਸਿੰਘ ਕਹਿੰਦਾ ਵੀ ਇਸ ਵਾਰ ਉਹਨਾਂ ਨੂੰ ਆਪਾਂ ਫੜ ਲਵਾਂਗੇ, ਜਾਣ ਨਹੀਂ ਦਵਾਂਗੇ। ਬਹੁਰ ਕਾਮ ਰੂਪਤ ਫਲ ਪੈ ਹੈ। ਤੇ ਜਦੋਂ ਇੱਕ ਵਾਰ ਉਹਦੀਆਂ ਭੇਜੀਆਂ ਜਾਦੂਗਰਨੀਆਂ ਗੁਰੂ ਸਾਹਿਬ ਦੇ ਆਸਰੇ ਆਪਾਂ ਇੱਥੇ ਫੜ ਲਈਆਂ, ਫਿਰ ਅਸਾਮ ਦਾ ਜਿਹੜਾ ਰਾਜਾ ਹੈ ਨਾ ਉਹਨੂੰ ਮਜ਼ਾ ਚਖਾਵਾਂਗੇ, ਉਹਨੂੰ ਫਲ ਮਿਲੂਗਾ ਆਪਣੀ ਕੀਤੀ ਦਾ। ਭੂਪਤ ਕੀ ਨਸਤਕਰਾਈ। ਇਸ ਤਰ੍ਹਾਂ ਰਾਜੇ ਰਾਮ ਸਿੰਘ ਨੇ ਗੁਰਾਂ ਦੇ ਥਾਪੜੇ ਅਨੁਸਾਰ ਆਪਣੀ ਫੌਜ ਵਿੱਚ ਤਕੜਾਈ ਕਰ ਦਿੱਤੀ ਵੀ ਸਾਵਧਾਨ ਰਹੋ। ਇੱਕ ਜਾਮਨੀ ਜਬ ਹੈ ਬਿਤਾਈ। ਇਸ ਤਰ੍ਹਾਂ ਇੱਕ ਰਾਤ ਜਦੋਂ ਬਤੀਤ ਹੋ ਗਈ, ਪਈ ਪ੍ਰਭਾਤ ਚਮੂ ਭਟ ਜਾਗੇ। ਪ੍ਰਭਾਤ ਦਾ ਸਮਾਂ ਹੋਇਆ, ਸਾਰੀ ਫੌਜ ਸੂਰਮੇ ਜਾਗੇ ਹਨ। ਤਿਨ ਇਸਤਰਨ ਕੋ ਖੋਜਨ
ਲਾਗੇ। ਤੇ ਸਾਰੇ ਵੇਖਣ ਲੱਗੇ ਨੇ ਵੀ ਉਹ ਜਿਹੜੀਆਂ ਰੋਜ਼ ਹੀ ਜਾਦੂਗਰਨੀਆਂ ਆਉਂਦੀਆਂ ਭਲਾ ਅੱਜ ਵੀ ਆਉਂਦੀ ਆ ਜਾਂ ਨਹੀਂ ਆਉਂਦੀ। ਖੋਜ ਕਰਦੇ ਹਨ, ਵੇਖਦੇ ਆ ਆਕਾਸ਼ ਵਿੱਚ। ਜਿਸ ਦਿਸ਼ ਤੇ ਆਵਤ ਤੇ ਤਹੇਰ, ਜਿਹੜੇ ਪਾਸਿਓਂ ਕਈ ਦਿਨ ਉਹ ਹਵਾ ਵਿੱਚ ਉੱਡਦੀਆਂ ਆਉਂਦੀਆਂ ਸਨ ਉਧਰ ਨੂੰ ਵੇਖੀ ਜਾ ਰਹੇ ਹਨ। ਭਏ ਸੁਚੇਤ ਪਰਸ ਪਰ ਟੇਰ, ਆਪਸ ਵਿੱਚ ਉੱਚੀ ਉੱਚੀ ਟੇਰੇ ਬੋਲਦੇ ਹਨ ਵੀ ਹੁਣ ਜਾਣ ਨਹੀਂ ਦੇਣਾ ਤੇ ਵੇਖਦੇ ਹਨ ਆਕਾਸ਼ ਵੱਲ। ਆਪੇ ਗਹਿਲੇ ਵੇ ਤਿਨ ਕਾਮਨ, ਕਹਿੰਦੇ ਵੀ ਇਸ ਵਾਰ ਉਹ ਜਾਦੂਗਰਨੀਆਂ ਇਸਤਰੀਆਂ ਨੂੰ ਆਪਾਂ ਫੜ ਲਵਾਂਗੇ ਇੱਥੇ ਹੀ। ਕਰਤ ਅਨੇਕ ਰੀਤ ਜੇ ਟਾਮਨ, ਜਿਹੜੀਆਂ ਕਈ ਤਰ੍ਹਾਂ ਦੇ ਜਾਦੂ ਟੂਣੇ ਕਰਕੇ ਸਾਨੂੰ ਰੋਜ਼ ਡਰਾਉਂਦੀਆਂ ਸਨ। ਇਤਨੇ ਮਹਿ ਆਈ ਇੱਕ ਧੋਬਨ, ਇਹਨੇ ਚਰਨ ਨੂੰ ਜਿਹੜੀ ਇੱਕ ਧੋਬਣ ਹੈ ਉਹ ਆ ਗਈ। ਉਸ ਵੇਲੇ ਆਪਣਾ ਜਾਦੂ ਜਿਹਾ ਵਿਖਾਉਂਦੀ ਹੋਈ। ਤਰਵਰ ਚੜੀ ਚੜਿਓ ਤਨ ਜੋਬਨ, ਜੋ ਤਰਵਰ ਚੜੀ ਚੜਿਓ ਤਨ ਜੋਬਨ, ਨੌਜਵਾਨ ਇਸਤਰੀ ਸੀ ਤੇ ਤਰਵਰ ਰੁੱਖ ਦੀ ਅਸਵਾਰੀ ਕਰਕੇ ਆਕਾਸ਼ ਵਿੱਚ ਉੱਡੀ ਆ ਰਹੀ ਹੈ। ਤਤ ਛਿਨ ਇੱਕ ਕਰ ਸੁਧ, ਤਤ ਛਿਨ ਇੱਕ ਚੜਾਈ ਅਸਵਾਰ। ਤੇ ਜਦੋਂ ਇਹ ਜਾਦੂਗਰਨੀ ਧੋਬਣ ਆਉਂਦੀ ਵੇਖੀ ਉਸੇ ਵੇਲੇ ਹੀ ਜਿਹੜਾ ਰਾਜੇ ਰਾਮ ਸਿੰਘ ਕੋ ਖਬਰ ਆਈ, ਉਹਨੇ ਇੱਕ ਆਪਣਾ ਸੂਰਮਾ ਗੁਰੂ ਸਾਹਿਬ ਵੱਲ ਭੇਜ ਦਿੱਤਾ। ਤੁਰੰਗ ਤੁਆਏ ਬੇਗ ਬੜਧਾਰ, ਬੜੀ ਤੇਜ਼ੀ ਨਾਲ ਘੋੜੇ ਨੂੰ ਦੜਾਉਂਦਿਆਂ ਹੋਇਆਂ ਸਤਿਗੁਰਾਂ ਦੇ ਪਾਸ ਪਹੁੰਚਾ। ਸ੍ਰੀ ਸਤਿਗੁਰ ਕੋ ਸੁਧ ਕਰ ਦਈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਰੀ ਖਬਰ ਦਿੱਤੀ ਵੀ ਮਹਾਰਾਜ ਜਾਦੂਗਰਨੀਆਂ ਆਉਣੀਆਂ ਸ਼ੁਰੂ ਹੋ ਗਈਆਂ, ਇੱਕ ਰੁੱਖ ਤੇ ਚੜੀ ਆ ਰਹੀ ਹੈ। ਸ੍ਰੀ ਪ੍ਰਭ ਪੇਖੋ ਤ੍ਰਿਖਾ ਜੋ ਆਈ, ਇਹ ਮਹਾਰਾਜ ਗਰੀਬ ਨਵਾਜ ਜੀਓ ਸ੍ਰੀ ਪ੍ਰਭ ਪਿਖੋ ਤ੍ਰਿਆ ਜੋ ਆਈ। ਬਾਹਰ ਆ ਕੇ ਮਹਾਰਾਜ ਵੇਖੋ ਜਿਹੜੀ ਔਰਤ ਆਕਾਸ਼ ਵਿੱਚ ਉੱਡਦੀ ਆਈ ਹੈ। ਨਿਕਸੇ ਵਹਿਰ ਬੰਗਲੇ ਸੁਆਮੀ, ਸੁਆਮੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਬੰਗਲੇ ਵਿੱਚ ਜਿਸ ਮਹਾਰਾਜ ਸਾਹਿਬ ਮਕਾਨ ਵਿੱਚ ਬਿਰਾਜਮਾਨ ਸਨ ਉਤੋਂ ਬਾਹਰ ਆਏ ਚੱਲ ਕੇ। ਦ੍ਰਿਸ਼ਟ ਦ੍ਰਿਸ਼ਟਤ ਅੰਤਰਜਾਮੀ, ਉਸ ਪਾਸੇ ਨੂੰ ਅੰਤਰਜਾਮੀ ਸਤਿਗੁਰਾਂ ਨੇ ਆਪਣੇ ਨੇਤਰਾਂ ਨਾਲ ਵੇਖਿਆ। ਜਬੇ ਡੀਠ ਸਤਿਗੁਰ ਕੀ ਪਰੀ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਡੀਠ ਤੋਂ ਭਾਵ ਹੁੰਦਾ ਨਿਗਾਹ ਉਹ ਜਾਦੂਗਰਨੀ ਜਿਹੜੀ ਆਕਾਸ਼ ਵਿੱਚ ਉੱਡਦੀ ਆ ਰਹੀ ਸੀ ਉਹਦੇ ਉੱਪਰ ਪਈ ਹੈ। ਮੰਤਰ ਸ਼ਕਤ ਤ੍ਰਿਆ ਕੀ ਸਭ ਹਰੀ, ਉਸੇ ਵੇਲੇ ਮਹਾਰਾਜ ਸਾਹਿਬ ਦੀ ਦ੍ਰਿਸ਼ਟੀ ਪੈਂਦਿਆਂ ਸਾਰ ਉਸ ਔਰਤ ਦੀ ਮੰਤਰਾਂ ਦੀ ਸ਼ਕਤੀ ਜਿਹੜੀ ਸੀ ਮਹਾਰਾਜ ਨੇ ਖਿੱਚ ਲਈ ਨਾਸ ਕਰ ਦਿੱਤੀ। ਨਿਸ਼ਚਰ ਤਰਵਰ ਇੱਕ ਥਲ ਪਾਇਓ, ਆ ਜਿਹੜਾ ਦਰਖਤ ਹਵਾ ਵਿੱਚ ਉੱਡਦਾ ਆ ਰਿਹਾ ਸੀ ਉਹ ਇੱਕ ਥਾਂ ਤੇ ਹਿੱਲਣ ਤੋਂ ਰਹਿਤ ਹੋ ਗਿਆ। ਸਖਤ ਵਿਹੀਨ ਉੱਡਿਓ ਨਹੀਂ ਗਇਓ, ਸ਼ਕਤੀ ਤੋਂ ਵਿਹੀਨ ਹੋਣ ਕਰਕੇ ਫਿਰ ਉੱਡਿਆ ਨਹੀਂ ਗਿਆ। ਜਿਹੜਾ ਰੁੱਖ ਉਡਾਉਂਦੀ ਜਾਦੂਗਰਨੀ ਆ ਰਹੀ ਸੀ। ਹਾਰ ਰਹੀ ਮੁਖ ਮੰਤਰ ਉਚਾਰਤ, ਆ ਮੁਖ ਦੇ ਵਿੱਚੋਂ ਮੰਤਰ ਪੜ ਪੜ ਕੇ ਉਹ ਔਰਤ ਹਾਰ ਹੰਬ ਗਈ ਪਰ ਕੋਈ ਯਤਨ ਚੱਲਿਆ ਨਾ। ਕਛੂ ਨਾ ਹੋਤ ਤਰਾਸ ਔਰ ਢਾਰਤ, ਆ ਦਿਲ ਵਿੱਚ ਡਰ ਬਹੁਤ ਧਾਰਿਆ ਹੈ ਵੀ ਮੇਰਾ ਕੋਈ ਵੀ ਯਤਨ ਹੀਲਾ ਵਸੀਲਾ ਨਹੀਂ ਹੁਣ ਚੱਲ ਰਿਹਾ। ਇਹ ਤੋਤ ਕਰਤਬ ਲੋਕਨ ਭਵਰੀ, ਆ ਜਿਵੇਂ ਕਮਲੀ ਜੀ ਹੋਈ ਇੱਧਰ ਉੱਧਰ ਵੇਖ ਰਹੀ ਹੈ ਵੀ ਹੁਣ ਮੈਂ ਕੀ ਕਰਾਂ, ਮੈਂ ਤਾਂ ਕਸੂਤੀ ਫਸ ਗਈ ਆ। ਨਹੀਂ ਤਜਤ ਤਰਵਰ ਸੋ ਠਵਰੀ, ਤੇ ਜਿਹੜਾ ਦਰਖਤ ਹੈ ਨਹੀਂ ਤਜਤ ਤਰਵਰ ਸੋ ਠਵਰੀ, ਉਹ ਹਵਾ ਵਿੱਚ ਉੱਡਿਆ ਆ ਰਿਹਾ। ਜਿਹੜਾ ਬ੍ਰਿਸ਼ ਸੀ ਉਸ ਥਾਂ ਤੋਂ ਹਿੱਲਿਆ ਹੀ ਨਾ। ਉਹ ਹੁਣ ਜਿਨ੍ਹਾਂ ਦਰਸ਼ਨ ਕੀਤੇ ਆ ਉੱਥੇ ਕਹਿੰਦੇ ਜਿਹੜਾ ਉਹ ਰੁੱਖ ਸੀ ਜਿੱਥੇ ਉਹ ਡਿੱਗਿਆ ਹੈ, ਕਚਹਿਰੀਆਂ ਨੇ ਉਸ ਸ਼ਹਿਰ ਦੇ ਵਿੱਚ ਮਹਾਰਾਜ ਨੇ ਜਿਹੜਾ ਉਹ ਧੋਬੜੀ ਘਾਟ ਧੋਬੜੀ ਸਾਹਿਬ ਨਗਰ ਹੀ ਵਸਾ ਦਿੱਤਾ। ਉੱਥੇ ਕਚਹਿਰੀਆਂ ਦੇ ਵਿੱਚ ਉਹ ਹਾਲਾਂ ਵੀ ਕਹਿੰਦੇ ਦਰਖਤ ਹੈ ਤੇ ਬੜਾ ਸੋਹਣਾ ਥਾਂ ਹੈ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਜੋ ਸਥਾਨਾਂ ਦੇ ਕਰਨ ਜਾਂਦੇ ਉਹ ਗੁਰਮੁਖ ਦੱਸਦੇ ਨੇ ਵੀ ਇਹ ਥੋੜ੍ਹੀ ਦੂਰੀ ਦੇ ਉੱਤੇ ਜਿੱਥੇ ਕਚਹਿਰੀਆਂ ਜੇ ਦਰਖਤ ਡਿੱਗਾ ਸੀ ਤੇ ਜਿੱਥੇ ਮਹਾਰਾਜ ਦੇ ਹੁਕਮ ਦੇ ਨਾਲ ਫਿਰ ਅੱਗੇ ਸਾਖੀ ਆਊਗੀ। ਇਹ ਜੋ ਧੋਬੜੀ ਘਾਟ ਧੋਬੜੀ ਸਾਹਿਬ ਉਹ ਜੋ ਨਾਮ ਪ੍ਰਸਿੱਧ ਹੋਇਆ ਉੱਥੇ ਮਹਾਰਾਜ ਦੀ ਸ਼ਰਨ ਪੈਣ ਕਰਕੇ ਤੇ ਪਰਿਵਾਰ ਟੱਬਰ ਕਬੀਲਾ ਹੀ ਸਤਿਗੁਰੂ ਨੇ ਉੱਥੇ ਵਸਾਇਆ ਸੀ ਇਹਦਾ, ਜਿੱਥੇ ਸੋਹਣਾ ਸਥਾਨ ਬਣਿਆ ਹੋਇਆ ਹੈ। ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਿਗਾਹ ਪੈਣ ਨਾਲ ਇਹਦੇ ਜੰਤਰ ਮੰਤਰਾਂ ਦੀ ਸ਼ਕਤੀ ਨਾਸ ਹੋ ਗਈ। ਬੜੇ ਨੇ ਹੀਲੇ ਵਸੀਲੇ ਕੀਤੇ ਪਰ ਜਿਹੜਾ ਹਵਾ ਜੁੜਦਾ ਆ ਰਿਹਾ ਦਰਖਤ ਸੀ ਜਿੱਤੇ ਅਸਵਾਰ ਸੀ ਇਹ ਧੋਬਣ ਇਸਤਰੀ
ਉਹ ਕਹਿੰਦੇ ਵੀ ਜੜ ਹੋ ਗਿਆ, ਉਸੇ ਥਾਂ ਖਲੋਤਾ, ਹਿੱਲਿਆ ਹੀ ਨਾ। ਮਹਾ ਸਿੱਧ ਕੀ ਦ੍ਰਿਸ਼ਟ ਪਰੀ ਹੈ। ਇਹਨੂੰ ਉਸ ਵੇਲੇ ਪਤਾ ਲੱਗਾ ਹੈ ਵੀ ਕੋਈ ਬਹੁਤ ਵੱਡੇ ਸਿੱਧ ਪੁਰਸ਼ ਦੀ ਸ਼ਕਤੀਆਂ ਵਾਲੇ ਮਹਾਂਪੁਰਖ ਦੀ ਦ੍ਰਿਸ਼ਟੀ ਪਈ ਹੈ, ਜਿਸ ਤੇ ਮੰਤਰਨ ਸ਼ਕਤ ਹਰੀ ਹੈ। ਜਿਸ ਕਰਕੇ ਮੇਰੇ ਜੰਤਰਾਂ ਮੰਤਰਾਂ ਦੀ ਸ਼ਕਤੀ ਹਰ ਲਈ ਨਾਸ ਹੋ ਗਈ ਹੈ। ਬਹੁ ਲੋਕਨ ਤਬ ਧਾਏ ਧਰੀ ਹੈ। ਤਾਂ ਇਸ ਤਰ੍ਹਾਂ ਹੇਠਾਂ ਡਿੱਗ ਪਈ ਧੋਬਣ ਵੀ, ਤੇ ਬਹੁਤ ਜਿਹੜੇ ਸਿਪਾਹੀ ਸਨ ਉਹਨਾਂ ਨੇ ਦੌੜ ਕੇ ਉਹਨੂੰ ਪਕੜ ਲਿਆ। ਨਿਕਟ ਹਕਾਰਨ ਗੁਰੂ ਕਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੂੰ ਕੁਝ ਕਿਹੋ ਨਾ, ਸਾਡੇ ਕੋਲ ਲੈ ਕੇ ਆਵੋ। ਜਹ ਆਨੀ ਔਰ ਅਧਕ ਡਰੀ ਹੈ। ਆ ਫੜ ਕੇ ਜਿਹੜੇ ਫੌਜ ਦੇ ਕੋਈ ਸਿਪਾਹੀ ਸਨ ਗੁਰੂ ਤੇਗ ਬਹਾਦਰ ਸਾਹਿਬ ਕੋਲ ਲੈ ਆਏ। ਬੜੀ ਦਿਲ ਵਿੱਚ ਡਰ ਗਈ ਵੀ ਪਤਾ ਨਹੀਂ ਮੈਨੂੰ ਕੀ ਕਰ ਦੇਣਾ। ਫੇਰ ਰੂਪ ਕੋ ਪਾਏ ਪਰੀ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਸੁੰਦਰ ਸਰੂਪ, ਤੇਜ ਪ੍ਰਭਾਵ ਵੇਖਿਆ ਵੀ ਇਹ ਕੋਈ ਪ੍ਰਤਾਪੀ ਪੁਰਖ ਹਨ, ਤਾਂ ਗੁਰਾਂ ਦੇ ਚਰਣੀ ਪੈ ਗਈ। ਇਹ ਡਰ ਰਹੀ ਸੀ ਪਹਿਲਾਂ, ਜਦੋਂ ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ, ਵੇਖ ਲਿਆ ਇਹਨੇ ਵੀ ਇਹ ਬੜੇ ਤੇਜ ਪ੍ਰਤਾਪ ਵਾਲੇ ਹਨ, ਇਹਨਾਂ ਅੱਗੇ ਮੇਰਾ ਕੋਈ ਵੱਸ ਨਹੀਂ ਚੱਲਿਆ। ਤਾਂ ਸਤਿਗੁਰਾਂ ਦੇ ਪੈਰੀਂ ਪੈ ਗਈ ਵੀ ਮਹਾਰਾਜ ਬਖਸ਼ ਲੋ, ਹੁਣ ਤੁਹਾਡੀ ਸ਼ਰਨ ਹਾਂ। ਮਹਾਪ੍ਰਤਾਪ ਆਪ ਕੋ ਹੈ। ਮਹਾਰਾਜ ਤੁਹਾਡਾ ਬਹੁਤਾ ਹੀ ਤੇਜ ਪ੍ਰਤਾਪ ਹੈ, ਜਿਸ ਸੰਸਰਤਾ ਕੋਏ ਨਲ ਹੈ। ਹਾਂ ਮਹਾਰਾਜ, ਐਸੇ ਤੇਜ ਪ੍ਰਤਾਪ ਦੀ ਬਰਾਬਰੀ ਕੋਈ ਸਾਡੇ ਵਰਗਾ ਕਿੱਥੇ ਕਰ ਸਕਦਾ ਏ। ਮੈਂ ਵੀ ਲੋਕ ਤੁਮ ਨੀਕੇ ਜਾਣੇ। ਆ ਤੁਹਾਨੂੰ ਵੇਖ ਕੇ ਮੈਂ ਚੰਗੀ ਤਰ੍ਹਾਂ ਜਾਣ ਲਿਆ ਵੀ ਤੁਸੀਂ ਬੜੇ ਸਮਰੱਥ ਸ਼ਕਤੀਆਂ ਵਾਲੇ ਹੋ। ਭਾਈ ਵਿਸ਼ਨ ਅਵਤਾਰ ਪਛਾਨੇ। ਤੁਸੀਂ ਤਾਂ ਮਹਾਰਾਜ ਮੈਨੂੰ ਇਉਂ ਲੱਗਦਾ ਵੀ ਵਿਸ਼ਨੂੰ ਦਾ ਹੀ ਅਵਤਾਰ ਹੋ, ਕਿਉਂਕਿ ਹਿੰਦੂ ਲੋਕ ਜਿਹੜੇ ਨੇ ਨਾ ਉਹ ਆਪਣਾ ਸਭ ਤੋਂ ਵੱਡਾ ਵਿਸ਼ਨੂੰ ਨੂੰ ਹੀ ਮੰਨਦੇ ਹਨ। ਇਹ ਤਾਂ ਹੁਣ ਗੁਰੂ ਸਾਹਿਬ ਜੀ ਤੇ ਚਰਨਾਂ ਦੇ ਅਧੀਨ ਤਾਂ ਕਈ ਵਿਸ਼ਨੂੰ ਗੁਰੂ ਦੇ ਸੇਵਕ ਹਨ। ਮਹਾਰਾਜ ਸਾਹਿਬ ਤਾਂ ਪਰਮੇਸ਼ਰ ਦਾ ਅਵਤਾਰ ਨੇ, ਪਰ ਉਹਦੇ ਧਰਮ ਦੀ ਸਿੱਖਿਆ ਮੁਤਾਬਕ ਜਿੰਨੀ ਉਹਨੂੰ ਸਮਝ ਹੈ, ਉਹ ਧੋਬਣ ਕਹਿੰਦੀ ਮਹਾਰਾਜ ਮੈਂ ਤਾਂ ਤੁਹਾਨੂੰ ਆਪਣੇ ਸਭ ਤੋਂ ਵੱਡੇ ਦੇਵਤੇ ਵਿਸ਼ਨੂੰ ਦਾ ਹੀ ਰੂਪ ਜਾਣ ਲਿਆ ਹੈ, ਪਰ ਵਿਖੈ ਐਮ ਸ਼ਕਤ ਨ ਹੋਈ। ਕਿਉਂਕਿ ਹੋਰ ਕਿਸੇ ਵਿੱਚ ਇੰਨੀ ਸ਼ਕਤੀ ਨਹੀਂ ਹੋ ਸਕਦੀ। ਫੇਰ ਤਾਂ ਮੋਹ ਹਰਾਵੇ ਵੀ ਜੋਈ। ਜਿਹੜਾ ਕੇਵਲ ਸਾਡੇ ਵੱਲ ਵੇਖਣੇ ਮਾਤਰ ਨਾਲ ਹੀ ਸਾਨੂੰ ਹਾਰ ਦੇ ਦਵੇ, ਇੰਨੀ ਸ਼ਕਤੀ ਮਹਾਰਾਜ ਕਿਸੇ ਵਿੱਚ ਨਹੀਂ ਹੈ। ਸਭ ਜਗਤ ਕੇ ਸੁਆਮੀ ਤੁਮ ਆਹੋ। ਮਹਾਰਾਜ ਤੁਸੀਂ ਤਾਂ ਸਾਰੇ ਜਗਤ ਦੇ ਮਾਲਕ ਹੋ। ਕਾਰਨ ਕਰਨ ਸਰਬ ਨਿਰਭਉ। ਸਭ ਕਾਰਨਾਂ ਦੇ ਕਰਨ ਵਾਲੇ ਮਹਾਰਾਜ, ਸਭ ਕਾਰਜ ਸਭ ਕੰਮ ਕਰਨ ਨੂੰ ਨਿਭਾਉਣ ਨੂੰ ਸਮਰੱਥ, ਕੋਈ ਕੰਮ ਅੜ ਨਹੀਂ ਸਕਦਾ। ਕਿਨ ਸਹਾਇ ਤੁਰ ਕੇ ਸ਼ਰ ਭਏ। ਧੋਬਣ ਸ਼ਰਨ ਪਈ ਐ ਤੇ ਹੱਥ ਜੋੜ ਕੇ ਕਹਿੰਦੀ ਮਹਾਰਾਜ ਤੁਸੀਂ ਤਾਂ ਸਾਂਝੇ ਹੋ ਸਾਰਿਆਂ ਦੇ, ਫਿਰ ਇਹ ਤੁਰਕੇਸ਼ਵਰ ਦੀ ਫੌਜ ਦੇ ਮਦਦਗਾਰ ਕਿਉਂ ਬਣੇ ਹੋ, ਰੰਗੇ ਦੀ ਫੌਜ ਦੇ। ਇਸ ਰਾਜਾ ਪਰ ਚੜ ਕਰ ਆਏ। ਤੇ ਮਹਾਰਾਜ ਇਹ ਜਿਹੜਾ ਸਾਡਾ ਆਸਾਮ ਦਾ ਰਾਜਾ, ਇਹਦੇ ਉੱਤੇ ਤੁਸੀਂ ਚੜ ਕੇ ਇਹਨਾਂ ਦੇ ਨਾਲ ਕਿਉਂ ਆਏ ਹੋ। ਹਿੰਦਨ ਕੀ ਰਛਿਆ ਕੇ ਜੋਗ। ਬਾਦਸ਼ਾਹ ਆਪ ਤਾਂ ਹਿੰਦੂਆਂ ਦੀ ਰੱਖਿਆ ਕਰਨ ਦੇ ਯੋਗ ਸਮਰੱਥ ਹੋ, ਫਿਰ ਮਹਾਰਾਜ ਇਹ ਤੁਰਕ ਦੀ ਫੌਜ ਦੀ ਸਹਾਇਤਾ ਕਿਉਂ ਕਰ ਰਹੇ ਹੋ। ਅਹੇ ਅਲੰਬ ਆਪ ਕੇ ਲੋਗ। ਅਸੀਂ ਵੀ ਮਹਾਰਾਜ ਸਾਰੇ ਹੀ ਆਪ ਜੀ ਦੇ ਹੀ ਆਸਰੇ ਹੈ, ਤੁਸੀਂ ਤਾਂ ਸਾਂਝੇ ਜਗਤ ਦੇ ਮਾਲਕ ਹੋ। ਸੁਨ ਧੋਬਨ ਤ੍ਰੈ ਕੀ ਚਤੁਰਾਈ। ਆ ਧੋਬਣ ਦੀ ਇਸ ਇਸਤਰੀ ਦੀ ਚਤੁਰਾਈ ਦੀਆਂ ਗੱਲਾਂ ਸੁਣ ਕੇ ਜਿਨੇ ਚਰਨ ਫੜ ਲਏ ਸਨ ਗੁਰੂ ਤੇਗ ਬਹਾਦਰ ਸਾਹਿਬ ਦੇ, ਸਿਰ ਮੁਖ ਤੇ ਮੁਸਕਾਏ ਗੁਸਾਈ। ਮਹਾਰਾਜ ਜਗਤ ਦੇ ਮਾਲਕ ਮੁਸਕਰਾਉਂਦਿਆਂ ਹੋਇਆਂ ਕਹਿਣ ਲੱਗੇ, ਕਹਿਓ ਤਿਸੇ ਸਭ ਤੇ ਕਰ ਨਿਆਈ। ਆ ਸਾਰੇ ਸਿਪਾਹੀਆਂ ਤੋਂ ਵੱਖਰਿਆਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਨ ਉਸ ਇਸਤਰੀ ਨੂੰ, ਨਿਰਪ ਤੁਮਰੇ ਕੋ ਲੇਹ ਹਕਾਰ। ਕਹਿਣ ਲੱਗੇ ਵੀ ਅਸੀਂ ਸਾਂਝੇ ਹੀ ਹਾਂ ਤੇ ਤਾਈਓ ਹੀ ਆਏ ਆ, ਤੈਨੂੰ ਡਰਨ ਦੀ ਲੋੜ ਨਹੀਂ, ਤੇਰੇ ਰਾਜੇ ਨੂੰ ਮਰਨ ਨਹੀਂ ਦਿੰਦੇ ਅਸਾਮ ਵਾਲੇ ਨੂੰ ਵੀ। ਉਹਨੂੰ ਪਾਤਸ਼ਾਹ ਜੀ ਕਹਿੰਦੇ ਵੀ ਅਸੀਂ ਆਪਣੇ ਕੋਲ ਹੀ ਬੁਲਾ ਲਵਾਂਗੇ। ਨਿਰਪਸੋਂ ਤਿਸ ਦੇਹ ਮਿਲਾਏ। ਤੇ ਇਹ ਜਿਹੜਾ ਰਾਜਾ ਰਾਮ ਸਿੰਘ ਹੈ ਜੈਪੁਰ ਦੇ ਰਾਜੇ ਨਾਲ ਮਿਲਾ ਦੇਾਂਗੇ, ਦੋਵਾਂ ਦੀ ਆਪਸ ਵਿੱਚ ਸੰਧੀ ਕਰਾਉਣ ਲਈ ਅਸੀਂ ਆਏ ਆ। ਦਵ ਕੇ ਦੁਬਦਾ ਦੂਰ ਕਰਾਏ। ਦੋਵਾਂ ਦੀ ਜਿਹੜੀ ਦੁਬਦਾ ਦੁਐਸ਼ ਵੈਰ ਜਿਹਾ ਪਿਆ ਹੈ ਇਹ ਅਸੀਂ ਦੂਰ ਕਰਾ ਦੇਵਾਂਗੇ। ਰੱਖੇ ਸਮ ਹਮ ਤਾਹੇ ਨ ਮਾਰੇ। ਪਾਤਸ਼ਾਹ ਕਹਿੰਦੇ ਇਸ ਕਰਕੇ ਜੇ ਤੂੰ ਸਾਂਝੇ ਕਿਹਾ ਹੈ ਨਾ ਤਾਂ ਅਸੀਂ ਸਾਂਝਾ ਹੀ ਕੰਮ ਕਰਨ ਆਏ ਆ, ਦੋਵਾਂ ਨੂੰ ਬਰਾਬਰ ਹੀ ਰੱਖਾਂਗੇ। ਪਾਤਸ਼ਾਹ ਜੀ ਕਹਿੰਦੇ ਮਾਰਨ ਨਹੀਂ ਦਵਾਂਗੇ, ਤੇਰੇ ਰਾਜੇ ਨੂੰ ਡਰਨ ਦੀ ਲੋੜ ਨਹੀਂ। ਨਿਜ ਦਾਸਨ ਕੇ ਕਾਜ ਸੁਧਾਰੇ। ਇਹ ਤਾਂ ਅਸੀਂ ਆਪਣੇ ਦਾਸਾਂ ਦੇ ਕਾਰਜ ਸੁਧਾਰਨ ਆਏ ਆ, ਕਿਉਂਕਿ ਰਾਮ ਸਿੰਘ ਸਾਡੀ ਸ਼ਰਨ ਪਿਆ ਹੈ
ਤੇ ਸਾਡਾ ਸਿੱਖ ਬਣਿਆ। ਇਹਦਾ ਕਾਰਜ ਸੁਧਾਰਨਾ ਇਹ ਆ, ਤੇਰੇ ਰਾਜੇ ਨੂੰ ਤੇ ਇਹਨਾਂ ਦੋਵਾਂ ਨੂੰ ਆਪਸ ਵਿੱਚ ਜੱਫੀਆਂ ਪਵਾ ਕੇ ਕੰਮ ਸੁਧਾਰ ਦਿਆਂਗੇ। ਸੁਨ ਧੋਬਨ ਜੋਬਨ ਜੋ ਤਏ ਹਾਂ। ਆ ਜੋ ਨੌਜਵਾਨੀ ਦੀ ਉਮਰ ਦੇ ਵਿੱਚ ਸੀ, ਉਹ ਧੋਬਨ ਨੇ ਜਦੋਂ ਸਤਿਗੁਰਾਂ ਦਾ ਬਚਨ ਸੁਣਿਆ, ਰਹੋ ਬੈਠ ਥਿਤ ਤੋ ਤਰ ਜਹਾਂ। ਉਹਨੂੰ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਸੁਣ ਧੋਬਨ ਜੋਬਨ ਜੁਤ ਇਹਾਂ ਇੱਥੇ ਜਿੱਥੇ ਮਹਾਰਾਜ ਕਹਿੰਦੇ ਵੀ ਤੂੰ ਆਈ ਹੈ ਨਾ, ਇੱਥੇ ਹੀ ਬੈਠੀ ਰਹੋ। यहाँ रहो बैठ थित तोब तर जहाँ, जिथे तेरा बिरश है ना, ਇੱਥੇ ਹੀ ਕਹਿੰਦੇ ਆਪਣਾ ਹੁਣ ਪੱਕਾ ਡੇਰਾ ਕਰ ਲੈ। ਸਭ ਕੁਟੰਬ ਸੋਲੇ ਹੋ ਬੁਲਾਏ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮ ਕੀਤਾ ਵੀ ਆਪਣਾ ਟੱਬਰ ਕਬੀਲਾ ਵੀ ਸਾਰਾ ਤੂੰ ਇੱਥੇ ਹੀ ਲਿਆ ਕੇ ਵਸਾ ਲੈ। ਜੇ ਸਾਡੀ ਸ਼ਰਨ ਪਈ ਆ ਤਾਂ ਬਚਨ ਮੰਨ। ਬਸੋ ਸਦਾ ਨਿਜ ਗ੍ਰਹਿ ਕੋ ਪਾਏ। ਆ ਇੱਥੇ ਆਪਣਾ ਘਰ ਬਣਾ ਕੇ ਤੇ ਸਦਾ ਹੀ ਪਾਤਸ਼ਾਹ ਜੀ ਕਹਿਣ ਲੱਗੇ ਵੀ ਇੱਥੇ ਨਿਵਾਸ ਕਰ। ਬਸ ਹੈ ਅਪਰ ਲੋਕ ਸਮੁਦਾਇ। ਆ ਹੋਰ ਵੀ ਸਮੂਹ ਲੋਕ ਤੇਰੇ ਪਰਿਵਾਰ ਦੇ ਵੀ ਆਉਣਗੇ, ਹੋਰ ਵੀ ਕਈ ਲੋਕ ਆ ਕੇ ਇੱਥੇ ਵਸਣਗੇ। ਤੋਹੇ ਨਾਮ ਪਰ ਗ੍ਰਾਮ ਬਸਾਏ। ਪਾਤਸ਼ਾਹ ਕਹਿੰਦੇ ਤੇਰੇ ਨਾਂ ਦੇ ਅਸੀਂ ਇੱਥੇ ਨਗਰ ਹੀ ਪ੍ਰਗਟ ਕਰ ਦਿਆਂਗੇ। ਜਗ ਮਹਿ ਕੀਰਤ ਤੇਰੀ ਰਹੈ। ਆ ਸਾਰੇ ਜਗਤ ਵਿੱਚ ਤੇਰੀ ਕੀਰਤ ਵਡਿਆਈ ਰਹੇਗੀ। ਜਬ ਲਗ ਗ੍ਰਾਮ ਬਸਤ ਥਲ ਹੈ। ਜਿੰਨਾ ਚਿਰ ਜਦ ਤੱਕ ਇਹ ਥਾਨ ਤੇਰਾ ਪਿੰਡ ਵਸਦਾ ਰਹੇਗਾ, ਧੋਬੜੀ ਸਾਹਿਬ ਤੇਰੇ ਨਾਂ ਤੇ ਨਗਰ ਸਥਾਨ ਹੀ ਪ੍ਰਗਟ ਕਰ ਦਿਆਂਗੇ, ਇਹ ਵੀ ਵਸਦਾ ਰਹੂਗਾ। ਹਮ ਬਸਾਏ ਕਰ ਗਮਨਹਿ ਆਨ। ਤੇ ਪਾਤਸ਼ਾਹ ਕਹਿੰਦੇ ਨਗਰ ਵਸਾ ਕੇ ਤੇਰੇ ਨਾਮ ਤੇ ਅਸੀਂ ਫੇਰ ਹੋਰ ਕਿਤੇ ਜਾਵਾਂਗੇ। ਤਬ ਲਗ ਬੈਠ ਬ੍ਰਿਸ਼ ਕੇ ਥਾਨ। ਉਹਨਾਂ ਚਿਰ ਤੂੰ ਆ ਬਿਰਸ਼ ਵਾਲੇ ਥਾਂ ਤੇ ਬੈਠ ਕੇ ਪਰਮੇਸ਼ਰ ਦਾ ਨਾਮ ਸਿਮਰ, ਟੱਬਰ ਕਬੀਲੇ ਨੂੰ ਲਿਆ ਕੇ ਇੱਥੇ ਹੀ ਕਿਰਤ ਕਰ। ਪਾਏ ਬਚਨ ਇਮ ਸਤਿਗੁਰ ਕੇਰਾ। ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਮੰਨ ਕੇ ਜੋਬਨ ਜਾਏ ਕਰ ਓਟਹ ਡੇਰਾ। ਧੋਬਣ ਨੇ ਉੱਥੇ ਹੀ ਸਾਧ ਸੰਗਤ ਆਪਣਾ ਡੇਰਾ ਕੀਤਾ ਜਿੱਥੇ ਇਹਦਾ ਦਰਖਤ ਡਿੱਗ ਪਿਆ ਸੀ। ਤਿਸ ਪਿਛੈ ਜੇਤੀ ਤ੍ਰਿ ਆਈ। ਉਸ ਤੋਂ ਪਿੱਛੇ ਹੋਰ ਜਿਹੜੀਆਂ ਜਾਦੂਗਰਨੀਆਂ ਔਰਤਾਂ ਆਈਆਂ ਸਨ ਫੌਜ ਤੇ ਆਪਣਾ ਡਰ ਪਾਉਣ। ਗਹੀ ਧੋਬਨੀ ਦੇਖ ਪਲਾਈ। ਉਹਨਾਂ ਨੇ ਜਦੋਂ ਵੇਖਿਆ ਵੀ ਇਹ ਤਾਂ ਧੋਬਣ ਜਿਹੜੀ ਸਭ ਤੋਂ ਵੱਡੀ ਸ਼ਕਤੀਆਂ ਵਾਲੀ ਸੀ, ਇਹਨੂੰ ਉਹਨਾਂ ਨੇ ਫੜ ਲਿਆ। ਉਹ ਡਰਦੀਆਂ ਪਿਛਾਂ ਹੀ ਭੱਜ ਗਈਆਂ। ਹਟ ਪਾਛੇ ਕੋ ਨਹੀਂ ਨਿਹਾਰਾ। ਪਿੱਛੇ ਨੂੰ ਮੁੜ ਕੇ ਵੀ ਨਹੀਂ ਉਹਨਾਂ ਵੇਖਿਆ ਵੀ ਜੇ ਇਹਦਾ ਜ਼ੋਰ ਨਹੀਂ ਚੱਲਿਆ ਤੇ ਸਾਡਾ ਕਿੱਥੇ ਚੱਲਣਾ ਹੈ। ਹਮ ਕੋ ਗਹੇ ਤਰਾਸ ਕੋ ਧਾਰਾ। ਹਮ ਕੋ ਗਹਿ, ਇਹ ਸਾਨੂੰ ਵੀ ਨਾ ਫੜ ਲੈਣ, ਇਸ ਤਰ੍ਹਾਂ ਦਾ ਡਰ ਇਹਨਾਂ ਨੇ ਆਪਣੇ ਮਨ ਵਿੱਚ ਧਾਰਨ ਕੀਤਾ। ਬੜੇ ਬੇਗ ਸੋ ਨਗਰ ਪਰਵੇਸ਼ੀ। ਬੜੀ ਤੇਜ਼ੀ ਦੇ ਨਾਲ ਵਾਪਸ ਆਪਣੇ ਨਗਰ ਵਿੱਚ ਜਾ ਇਹਨਾਂ ਪ੍ਰਵੇਸ਼ ਕੀਤਾ। ਦਈ ਭੂਪ ਕੋ ਖਬਰ ਅਸ਼ੇਸ਼ੀ। ਆਪਣੇ ਰਾਜੇ ਅਸਾਮ ਦੇ ਨੂੰ ਖਬਰ ਦੇ ਦਿੱਤੀ ਸਾਰੀ ਵੀ ਉੱਥੇ ਸਾਡਾ ਨਹੀਂ ਹੁਣ ਵਸ ਚੱਲਦਾ। ਨਿਤ ਹਮ ਜਾਤ ਡਰਾਵਤ ਸਭ ਕੋ। ਅਸੀਂ ਤੇ ਰੋਜ਼ ਜਾ ਕੇ ਆਪਣਾ ਡਰ ਚੰਗਾ ਪਾਇਆ ਸੀ ਦੁਸ਼ਮਣ ਦੀ ਫੌਜ ਵਿੱਚ। ਉੱਪਰ ਫਿਰਤ ਪਾਏ ਮਗ ਨਭ ਕੋ। ਆਕਾਸ਼ ਦੇ ਵਿੱਚ ਫਿਰਦਿਆਂ ਹੋਇਆਂ ਕਈ ਤਰ੍ਹਾਂ ਦੇ ਜੰਤਰ ਮੰਤਰ ਵਿਖਾਉਂਦੀਆਂ ਸਾਂ। ਹਮ ਤੇ ਧੋਬਨ ਗਏ ਅਗਾਰੀ। ਪਰ ਅੱਜ ਦੀ ਗੱਲ ਦੱਸਦੇ ਆ ਰਾਜਾ, ਧੋਬਣ ਸਾਡੇ ਤੋਂ ਪਹਿਲਾਂ ਚਲੇ ਗਈ। ਸਿੱਧ ਪੁਰਖ ਕੋ ਸੁਨੀਅਤ ਭਾਰੀ। ਤੇ ਕੋਈ ਉੱਥੇ ਬੜਾ ਕੋਈ ਸਿੱਧ ਪੁਰਖ, ਕੋਈ ਬਹੁਤ ਸ਼ਕਤੀਆਂ ਵਾਲਾ, ਉਹਨਾਂ ਵੱਲ ਕੋਈ ਮਨੁੱਖ ਆਇਆ ਸੁਣੀਦਾ ਹੈ। ਤਿਨ ਗਹਿ ਲੀਨ ਸ਼ਕਤ ਪਰ ਹਰ ਕੈ। ਉਹਨੇ ਸਾਰੀਆਂ ਹੀ ਉਹਦੀਆਂ ਸ਼ਕਤੀਆਂ ਖਿੱਚ ਕੇ ਤੇ ਧੋਬਣ ਨੂੰ ਫੜ ਲਿਆ ਹੈ। ਪਿਰਤ ਅਰੂੜ ਜੋ ਉੱਪਰ ਤਰਕੇ। ਆ ਜਿਹੜੀ ਦਰਖਤ ਦੇ ਤਰ ਦੇ ਉੱਤੇ ਅਸਵਾਰ ਹੋ ਕਰਕੇ ਜਾ ਰਹੀ ਸੀ। ਸੋ ਹੇ ਰਾਜਨ, ਅੱਜ ਉਹਨਾਂ ਦੇ ਸਿੱਧ ਪੁਰਖ ਦੀ ਕੋਈ ਸ਼ਕਤੀ ਵਿਖਾਈ ਹੈ ਤੇ ਸ਼ਕਤੀ ਵਿਖਾ ਕਰਕੇ ਫਿਰਤ ਅਰੂੜ ਜੋ ਉੱਪਰ ਤਰ ਕੇ, ਜੋ ਰੁੱਖ ਦੇ ਉੱਤੇ ਅਸਵਾਰ ਹੋ ਕੇ ਜਾ ਰਹੀ ਸੀ, ਉਹਨੂੰ ਫੜਿਆ ਹੈ। ਅਬ ਤੇ ਆਗੇ ਕੋਈ ਨਾ ਜਾਵੈ, ਜੋ ਜਾਵੈ ਨਿਜ ਕੋ ਗਹਿਬਾਵੈ। ਹੁਣ ਅੱਜ ਤੋਂ ਬਾਅਦ ਉਹ ਸਾਰੀਆਂ ਜਾਦੂਗਰਨੀਆਂ ਕਹਿੰਦੀਆਂ ਵੀ ਸਾਡੇ ਚੋਂ ਤਾਂ ਨਹੀਂ ਕੋਈ ਜਾਊਗਾ। ਅਪਰ ਯਤਨ ਕੋ ਕਰੋ ਬਨਾਏ, ਨਾਹੇ ਤਾਂ ਆਪ ਪਰਾਜੈ ਪਾਏ। ਹੋਰ ਕੋਈ ਯਤਨ ਕਰੋ, ਨਹੀਂ ਤੇ ਇਹ ਰਾਜਨ ਤੁਹਾਡੀ ਹਾਰ ਹੋਵੇਗੀ। ਇਹ ਸੁਣ ਕੇ ਅਸਾਮ ਦਾ ਰਾਜਾ ਜਿਹੜਾ ਹੈ ਬੜਾ ਹੈਰਾਨ ਹੋਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਨਾਲ ਇਹ ਜਾਦੂਗਰਨੀਆਂ ਆਉਣੋਂ ਹਟੀਆਂ। ਇੱਥੇ ਤਾਂ ਸੰਖੇਪ ਪ੍ਰਸੰਗ ਆਇਆ ਏ। ਉਹ ਧੋਬਣ ਨੇ ਮਹਾਰਾਜ ਸਾਹਿਬ ਦੀ ਸਿੱਖੀ ਧਾਰਨ ਕਰ ਲਈ ਸੀ। ਗੁਰੂ ਸਾਹਿਬ ਦੇ ਕੋਲੋਂ ਚਰਣਾ ਅੰਮ੍ਰਿਤ ਛਕਿਆ, ਮਹਾਰਾਜ ਦਾ ਉਪਦੇਸ਼ ਲਿਆ। ਗਰੀਬ ਨਵਾਜ਼ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਪਈ। ਉਹਨੇ ਕਿਹਾ ਮਹਾਰਾਜ ਤੁਸੀਂ ਸਾਰਿਆਂ ਦੇ ਸਾਂਝੇ ਹੋ, ਪਾਤਸ਼ਾਹ ਜੀ ਉਹ ਆਪ ਸਾਂਝੀ ਬਾਤ ਕਰੋ। ਗਰੀਬ ਨਵਾਜ਼ ਉਹਦੇ ਗੱਲਾਂ ਸੁਣ ਕੇ ਬੜੇ ਖੁਸ਼ ਹੋਏ।
ਗਰੀਬ ਨਵਾਜ਼ ਸਤਿਗੁਰਾਂ ਨੇ ਕਿਹਾ ਵੀ ਇੱਥੇ ਹੀ ਤੂੰ ਆਪਣਾ ਡੇਰਾ ਕਰ, ਪਰਿਵਾਰ ਇੱਥੇ ਰੱਖ, ਤੇਰੇ ਨਾਂ ਦੇ ਨਗਰ ਵਸਾ ਕੇ ਫਿਰ ਜਾਵਾਂਗੇ। ਤੇ ਡਰਨ ਦੀ ਲੋੜ ਨਹੀਂ, ਤੇਰੇ ਰਾਜੇ ਨੂੰ ਮਰਨ ਨਹੀਂ ਅਸੀਂ ਦਿੰਦੇ, ਅਸੀਂ ਮਾਰਨ ਨਹੀਂ ਆਏ, ਅਸੀਂ ਤਾਂ ਦੋਵਾਂ ਦੀਆਂ ਜੱਫੀਆਂ ਪਵਾਵਾਂਗੇ, ਪੱਗਵਟ ਭਰਾ ਬਣਾ ਕੇ ਜਾਵਾਂਗੇ। ਇਵੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਇਹਨਾਂ ਦੋਵਾਂ ਰਾਜਿਆਂ ਦੀ, ਦੋਵਾਂ ਦਾ ਹੀ ਨਾਂ ਰਾਮ ਸਿੰਘ ਹੈ, ਅਸਾਮ ਵਾਲੇ ਦਾ ਵੀ ਤੇ ਜੈਪੁਰ ਦਾ ਵੀ, ਇਹਨਾਂ ਦੀ ਆਪਸ ਵਿੱਚ ਸੰਧੀ ਕਰਾਉਂਦੇ ਨੇ, ਪੱਗਵਟ ਬਣਾਉਂਦੇ ਹਨ। ਤੇ ਗਰੀਬ ਨਵਾਜ਼ ਸਤਿਗੁਰੂ ਜੀ ਆਪਣੇ ਸ਼ਰਨ ਆਏ ਸੇਵਕਾਂ ਦੇ ਕਾਰਜ ਵੀ ਰਾਸ ਕਰਦੇ ਨੇ ਤੇ ਬਿਨਾਂ ਲੜਾਈਆਂ ਫਤਿਹ ਵੀ ਕਰਾ ਦਿੰਦੇ ਹਨ। ਇਹ ਕਥਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਾਂਗੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਜੀਵਨ ਚੋਂ ਇਤਿਹਾਸ ਕਹਿੰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਣੀ। ਗੁਰੂ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਐਸੇ ਬਖਸ਼ਿੰਦ ਨੇ, ਦੁਨੀਆ ਦੀਆਂ ਜਿਹੜੀਆਂ ਘਟੀਆ ਜਿਹੀਆਂ ਸ਼ਕਤੀਆਂ ਹੁੰਦੀਆਂ ਨੇ, ਮਾੜੇ ਪ੍ਰਭਾਵ, ਜਿਹੜਾ ਮਹਾਰਾਜ ਦੀ ਸ਼ਰਨ ਆਵੇ, ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਜੰਤਰ ਮੰਤਰ ਭੂਤ ਪ੍ਰੇਤ ਕਿਸੇ ਤਰ੍ਹਾਂ ਦਾ ਅਸਰ ਨਹੀਂ ਉੱਤੇ ਹੁੰਦਾ, ਜਿਹਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਦੀ ਦ੍ਰਿਸ਼ਟੀ ਪੈ ਜਾਂਦੀ ਹੈ। ਇਵੇਂ ਗੁਰੂ ਸਾਹਿਬ ਦਾ ਓਟ ਆਸਰਾ ਲਈਏ। ਗੁਰੂ ਸਾਹਿਬ ਕਿਰਪਾ ਉੱਤੇ ਕਰਦੇ ਨੇ ਜਿਹੜੇ ਮਹਾਰਾਜ ਜੀ ਦੇ ਵਾਂਗ ਬੰਦਗੀ ਸੇਵਾ ਸਿਮਰਨ ਵਿੱਚ ਜੁੜੇ ਹੋਏ ਹਨ। ਅਬ ਤੇ ਆਗੇ ਕੋਏ ਨ ਜਾਵਹਿ, ਜੋ ਜਾਵੈ ਨਿਜ ਕੋ ਗਹਿਵਾਵਹਿ। ਅਪਰ ਜਤਨ ਕੋ ਕਰਹੁ ਬਨਾਏ, ਨਾਹੇ ਤਾਂ ਆਪ ਪਰਾਜੈ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੈ ਦਇਆਲ ਲਾਲ। ਪ੍ਰਾਨਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਾਇਆ ਤਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ ਆਏ। ਪ੍ਰਭ ਸਰਣਾਗਤੇ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹਿ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ।